ਆਦ ਕਰੋ ਗੁਰਦੇਵ ਕਉ ਬੰਦਨ। ਵਾਹਿਗੁਰੂ ਮੁਖ ਮਾਹੀ ਉਚਾਰੀ, ਦੁਇ ਕਰ ਜੋਰ ਕਰੋ ਚਰਣਾ ਪਰ। ਜਾਉ ਸਦਾ ਗੁਰ ਕੋ ਬਲਿਹਾਰੀ, ਕਾਨ ਸੁਨੈ ਉਪਮਾ ਗੁਰ ਕੀ। ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ, ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ। ਸੇਵਕ ਸਰਣ ਗਹੀ ਦਰਬਾਰੀ, ਡੰਡੌਤ ਬੰਦਨ ਅਨਕ ਵਾਰ। ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ, ਉਚਰੈ ਸ਼ਾਸਤਰ ਖਾਟ। ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ, ਗੁਰੂ ਨਾਨਕ ਪੁਰਸ਼ੋਤਮੰ ਪਰਮ ਪੁਰਾਵਰਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਛ ਕਰੈ ਸੋ ਮਨ ਮੇਰਾ ਮਿਠਾ, ਤਾ ਇਹ ਅਚਰਜ ਨੈਣੋ ਡੀਠਾ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਛ ਕਰੈ ਸੋ ਮਨ ਮੇਰਾ ਮਿਠਾ, ਤਾ ਇਹ ਅਚਰਜ ਨੈਣੋ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸਾਰੀਆਂ ਸੰਗਤਾਂ ਬੜਿਆਂ ਭਾਗਾਂ ਵਾਲੇ ਹੋ, ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਰਾਮਕਲੀ ਰਾਗ ਵਿੱਚ 886-87 ਅੰਗ ਤੇ ਕਥਾ ਦਾ ਪ੍ਰਵਾਹ ਜਾਰੀ ਹੈ। ਗੁਰੂ ਮਹਾਰਾਜ ਨੇ ਮਹਾਨ ਬਖਸ਼ਿਸ਼ ਕਿਰਪਾ ਕਰਦਿਆਂ ਹੋਇਆਂ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਮੇਂ ਸਮੇਂ ਦੇ ਨਾਲ ਇਸ ਸੰਸਾਰ ਦੇ ਉੱਤੇ ਮਹਾਂਪੁਰਖ ਆਏ, ਜੀਵਾਂ ਦੀ ਕਲਿਆਣ ਵਾਸਤੇ, ਉਹਨਾਂ ਦੀ ਭਲਾਈ ਲਈ ਪਹਿਲੇ ਸਮਿਆਂ ਵਿੱਚ ਵੀ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਹੋਈ।
ਔਰ ਉਹਨਾਂ ਦੀ ਕਲਿਆਣ ਵਾਸਤੇ ਸਮੇਂ ਦੇ ਨਾਲ ਜੈਸੀਆਂ ਉਹਨਾਂ ਦੀਆਂ ਬੁੱਧੀਆਂ ਸੀ, ਉਮਰਾਂ ਸਨ, ਉਹਨਾਂ ਨੂੰ ਉਪਦੇਸ਼ ਦਿੱਤੇ ਗਏ। ਕਲਯੁਗ ਦੇ ਅੰਦਰ ਮਹਾਰਾਜ ਨੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਕਿਉਂਕਿ ਕਲ ਤਾਰਨ ਗੁਰੂ ਨਾਨਕ ਆਇਆ। ਸਮੇਂ ਦੇ ਨਾਲ ਅਵਤਾਰ ਆਏ, ਮਹਾਂਪੁਰਖ ਆਏ। ਜਿੰਨੇ ਵੀ ਧਰਮ ਸ਼ਾਸਤਰ ਹਨ, ਉਹਨਾਂ ਦੀ ਰਚਨਾ ਸੰਤ ਮਹਾਂਪੁਰਸ਼ਾਂ ਨੇ ਕੀਤੀ ਹੈ। ਚਾਹੇ ਅਜੁਰਵੇਦ ਆਦਿਕ ਜੋਤਿਸ਼ ਸ਼ਾਸਤਰ ਲੈ ਲਓ, ਪਿੰਗਲ ਲੈ ਲਓ, ਜਿੰਨੇ ਵੀ ਗ੍ਰੰਥ, ਵੇਦ, ਸ਼ਾਸਤਰ, ਸਿਮਰਤੀਆਂ, ਪ੍ਰਾਣ, ਦੂਸਰੇ ਮਤਾਂ ਦੇ, ਮੁਸਲਮਾਨੀ ਮਤ ਜਾਂ ਈਸਾਈ ਮਤ, ਯਹੂਦੀ, ਕੋਈ ਨਾ ਕੋਈ ਮਹਾਂਪੁਰਖ ਹੈ ਜਿਸ ਨੇ ਸਮੇਂ ਦੀ ਨਿਜਾਕਤ ਨੂੰ ਮੁੱਖ ਰੱਖ ਕੇ ਸੰਗਤਾਂ ਨੂੰ ਉਪਦੇਸ਼ ਬਖਸ਼ੇ ਹਨ। ਸਤਿਯੁਗ ਦੇ ਅੰਦਰ ਉਮਰਾਂ ਵੀ ਲੰਬੀਆਂ ਸੀ, ਲੋਕ ਸਤਵਾਦੀ ਸਨ, ਸੱਚ ਦਾ ਬੋਲਬਾਲਾ ਸੀ। ਔਰ ਤ੍ਰੇਤੇ ਦੇ ਅੰਦਰ ਯੱਗਾਂ ਦਾ ਪ੍ਰਭਾਵ ਜ਼ਿਆਦਾ ਰਿਹਾ। ਦੁਆਪਰ ਵਿੱਚ ਪੂਜਾ ਦਾ। ਕਲਯੁਗ ਦੇ ਅੰਦਰ ਉਮਰਾਂ ਥੋੜ੍ਹੀਆਂ ਹਨ, ਉਪਜੀਵਕਾ ਬੜੀ ਮਿਹਨਤ ਨਾਲ ਹੈ। ਇਹਨਾਂ ਜੀਵਾਂ ਦੇ ਭਲੇ ਵਾਸਤੇ ਮਹਾਰਾਜ ਨੇ ਕਲ ਕੇਵਲ ਨਾਮ ਆਧਾਰ ਇਸ ਸਾਧਨ ਨੂੰ ਵਿਸ਼ੇਸ਼ਤਾ ਬਖਸ਼ੀ ਹੈ। ਪਰ ਫਿਰ ਵੀ ਕਲਯੁਗ ਦਾ ਐਸਾ ਪ੍ਰਭਾਵ ਹੈ, ਨਾਮ ਜਪਣ ਵੱਲ ਵੀ ਬਿਰਲਿਆਂ ਦੀ ਬੁੱਧੀ ਲੱਗਦੀ ਹੈ। ਕੋਈ ਤੁਰਦਾ ਹੈ, ਕਿਉਂਕਿ ਆਖਣ ਔਖਾ ਸਾਚਾ ਨਾਮ, ਇਹ ਸੱਚਾ ਨਾਮ ਜਪਣਾ, ਕਹਿਣਾ ਇਹ ਵੀ ਬੜਾ ਔਖਾ। ਪਿਛਲੇ ਪੁੰਨ ਜਾਗਣ, ਚੰਗੀ ਸੰਗਤ ਮਿਲ ਜਾਏ, ਗੁਰੂ ਮਹਾਰਾਜ ਦੀ ਨਾਲ ਕਿਰਪਾ ਹੋ ਜਾਏ, ਫਿਰ ਨਾਮ ਜਪਣ ਵੱਲ ਸੁਰਤੀ ਜਿਹੜੀ ਹੈ ਉਹ ਸਾਧ ਸੰਗਤ ਜੀ ਲੱਗਦੀ ਹੈ। ਕਿਉਂਕਿ ਕੁਸੰਗਤ ਦਾ ਬਹੁਤ ਵੱਡਾ ਪ੍ਰਭਾਵ ਚੱਲ ਰਿਹਾ ਹੈ। ਮਹਾਰਾਜ ਨੇ ਬੜੀ ਦਇਆ ਦ੍ਰਿਸ਼ਟੀ ਕੀਤੀ ਹੈ, ਕਿਉਂਕਿ ਵੱਡੇ ਪੁਰਸ਼ਾਂ ਅੰਦਰ ਖਿਮਾ ਅਤੇ ਦਇਆ ਆਦਿਕ ਬੜੇ ਮਹਾਨ ਗੁਣ ਹੁੰਦੇ ਹਨ। ਜੀਵ ਦੇ ਭਲੇ ਵਾਸਤੇ ਜਿਵੇਂ ਭਲਾ ਹੋ ਜਾਏ ਉਸੇ ਢੰਗ ਨਾਲ ਉਹਨੂੰ ਸਾਧਨ ਜਾਂ ਉਪਾਅ ਦੱਸਦੇ ਹਨ। ਸੋ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਇਹ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਦਾਤ ਬਖਸ਼ੀ ਹੈ। ਬਾਕੀ ਹੋਰ ਵੀ ਮਤ ਮਤਾਂਤਰ ਹਨ, ਜਿਵੇਂ ਉਹਨਾਂ ਮਹਾਂਪੁਰਖਾਂ ਨੇ ਉਪਦੇਸ਼ ਦਿੱਤੇ ਹੈ, ਉਸੇ ਢੰਗ ਨਾਲ ਨਿਯਮ 'ਚ ਰਹਿੰਦਿਆਂ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਮਹਾਰਾਜ ਨੇ ਬੜਾ ਵਿਸ਼ਾਲ ਮਨ ਬਣਾ ਕੇ ਉਪਦੇਸ਼ ਦਿੱਤਾ ਹੈ। ਜੋ ਜਪੈ ਤਿਸ ਕੀ ਗਤਿ ਹੋਏ।
ਜਿਹੜਾ ਵੀ ਸ਼ਰਧਾ ਭਗਤੀ ਨਾਲ ਪਰਮੇਸ਼ਰ ਦਾ ਨਾਮ ਜਪੇਗਾ ਉਹਦੀ ਕਲਿਆਣ ਹੁੰਦੀ ਹੈ। ਕਿਉਂਕਿ ਭਗਤੀ ਜਿਹੜੀ ਹੈ ਇਹ ਪਰਮੇਸ਼ਰ ਦੀ ਕੰਨਿਆ ਹੈ, ਤੇ ਜਿਹੜੇ ਉਹਦੇ ਸੰਤ ਭਗਤ ਆ, ਪ੍ਰੇਮੀ ਆ, ਉਹਨਾਂ ਨੂੰ ਭਗਤੀ ਮਿਲਦੀ ਹੈ। ਜਿੱਥੇ ਭਗਤੀ ਆ ਜਾਂਦੀ ਹੈ ਉੱਥੇ ਰਿੱਧ ਸਿੱਧ ਨਾਵੈ ਕੀ ਦਾਸੀ। ਇਹ ਸਾਰੀਆਂ ਬਰਕਤਾਂ ਆਤਮਾ ਗਿਆਨ ਦੀ ਜੋ ਪ੍ਰਾਪਤੀ ਇਹ ਵੀ ਹੋ ਜਾਂਦੀ ਹੈ। ਸੋ ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੇ ਵਿਚਾਰ ਸ਼ਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਤਨ ਤੇ ਛੁਟਕੀ ਆਪਣੀ ਧਾਰੀ। ਜਿਹੜੇ ਨੇ ਆਪਾ ਭਾਵ ਧਾਰਿਆ ਹੋਇਆ ਸੀ, ਹਉਮੈ ਵਾਲੀ ਬਿਰਤੀ ਸੀ, ਜਦੋਂ ਗੁਰੂ ਕੀ ਸ਼ਰਨ ਵਿੱਚ ਆਇਆ, ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਿਆ ਔਰ ਹੁਕਮ ਦੇ ਅੰਦਰ ਇਹ ਗੁਰਮਤਿ ਦੀ ਪੜ੍ਹਾਈ ਕੀਤੀ। ਫਿਰ ਸਰੀਰ ਦੇ ਅੰਦਰ ਜਿਹੜੀ ਹਉਮੈ ਸੀ, ਛੁਟਕੀ ਤੋਂ ਛੁਟਕਾਰਾ ਪ੍ਰਾਪਤ ਹੋ ਗਿਆ। ਕਿਉਂਕਿ ਹਉਮੈ ਤੇ ਨਾਮ ਦਾ ਵਿਰੋਧ ਆ। ਜਿਵੇਂ ਹਨੇਰਾ ਤੇ ਪ੍ਰਕਾਸ਼ ਇੱਕ ਜਗ੍ਹਾ ਨਹੀਂ ਰਹਿੰਦੇ। ਜਿੱਥੇ ਨਾਮ ਆ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਵੱਸਦਾ। ਭਾਈ ਜਗਤਾ ਜੀ ਇੱਕ ਬੜੇ ਪ੍ਰਸਿੱਧ ਮਹਾਂਪੁਰਖ ਹੋਏ ਆ ਸੇਵਾ ਪੰਥੀਆਂ ਦੇ ਅੰਦਰ। ਬੜਾ ਉਹਨਾਂ ਦਾ ਅਲੌਕਿਕ ਜੀਵਨ ਹੈ ਔਰ ਸੰਤ ਭੱਲਾ ਰਾਮ ਦੀ ਸੰਗਤ ਉਹਨਾਂ ਨੂੰ ਮਿਲੀ। ਇੱਕ ਦਿਨ ਹੁਕਮ ਕੀਤਾ ਕਿ ਕਹੀ ਲੈ ਕੇ ਆਓ। ਉਹ ਕਹੀ ਲੈਣ ਵਾਸਤੇ ਦੌੜ ਕੇ ਗਏ। ਪਿੱਛੇ ਹੀ ਫੇਰ ਹੁਕਮ ਕੀਤਾ ਛੇਤੀ ਵਾਪਸ ਆ ਜਾਓ। ਫੇਰ ਕਹਿਣ ਲੱਗੇ ਕਿ ਰੰਬਾ ਲਿਆਓ। ਜਦੋਂ ਗਏ ਫੇਰ ਆਵਾਜ਼ ਆ ਗਈ ਵਾਪਸ ਆ ਜਾਓ। ਤੀਜੀ ਵਾਰੀ ਫਲਾਨਾ ਛੱਬਾ ਲੈ ਆਓ। ਉਹ ਲੈਣ ਗਏ, ਫੇਰ ਆਵਾਜ਼ ਮਾਰੀ ਵਾਪਸ ਆ ਜਾਓ। ਤੇ ਚੌਥੀ ਵਾਰੀ ਘੜਾ ਪਾਣੀ ਦਾ ਭਰ ਕੇ ਲਿਆਓ। ਫੇਰ ਪਿੱਛੋਂ ਕਹਿਣ ਲੱਗੇ ਵਾਪਸ ਆ ਜਾਓ। ਫੇਰ ਕਹਿਣ ਲੱਗੇ ਤੂੰ ਕਿਸ ਤਰ੍ਹਾਂ ਦਾ ਸੇਵਾਦਾਰ ਹੈ, ਜਿੰਨੇ ਤੈਨੂੰ ਕੰਮ ਕਹਿ ਤੇ ਕੋਈ ਵੀ ਪੂਰਾ ਨਹੀਂ ਕੀਤਾ। ਭਾਈ ਜਗਤਾ ਜੀ ਕਹਿੰਦੇ ਮਹਾਰਾਜ ਇਹ ਬੁੱਧੂ ਹੈ, ਇਹਨੂੰ ਕੋਈ ਅਕਲ ਨਹੀਂ, ਕੋਈ ਸੋਝੀ ਨਹੀਂ, ਜਿਹੜਾ ਕੋਈ ਵੀ ਕੰਮ ਇਹ ਪੂਰਾ ਕਰ ਸਕੇ। ਇਹਨੂੰ ਸਮੱਤ ਬਖਸ਼ੋ। ਉਹਨੇ ਮੋਰਿਓ ਇਹ ਨਹੀਂ ਕਿਹਾ ਵੀ ਆਪੇ ਹੀ ਤੁਸੀਂ ਹੁਕਮ ਕਰਦੇ ਫਲਾਨੀ ਚੀਜ਼ ਲਿਆਓ। ਲੈਣ ਜਾਂਦਾ ਵਿੱਚੇ ਆਵਾਜ਼ ਮਾਰ ਕੇ ਪਿੱਛੇ ਮੋੜ ਲੈਂਦੇ ਹੋ। ਦੇਖਿਆ ਵੀ ਹੁਕਮ ਦੀ ਪੜ੍ਹਾਈ ਕਰ ਰਿਹਾ, ਉਸੇ ਵੇਲੇ ਗਲ ਲਾ ਲਿਆ, ਨੇਤਰਾਂ 'ਚ ਨੇਤਰ ਪਾਏ। ਇਹਦੇ ਅੰਦਰੋਂ ਮੇਰ ਤੇਰ ਹਉਮੈ ਖਤਮ ਹੋ ਗਈ ਹੈ। ਬਸ ਉਦੋਂ ਕਪਾਟ ਖੋਲ੍ਹ ਦਿੱਤੇ। ਕਹਿਣ ਲੱਗੇ ਜਾਓ, ਤੇਰਾ ਨਾਂ ਜਗਤਾ, ਸਾਰਾ ਸੰਸਾਰ ਤੈਨੂੰ ਮੰਨੇਗਾ। ਹਿੰਦੂ ਸਿੱਖ ਵੀ ਤੇਰੀ ਪੂਜਾ ਕਰਨਗੇ। ਤੇ ਇਸ ਤਰ੍ਹਾਂ ਹੀ ਹੋਇਆ ਕਿ ਪਾਕਿਸਤਾਨ ਦੇ ਅੰਦਰ ਉਹ ਮਹਾਂਪੁਰਖ ਹੋਏ ਆ। ਉਹਨਾਂ ਦੀ ਸੰਗਤਾਂ ਦੇ ਵਿੱਚ ਇੰਨੀ ਮਹਿਮਾ ਹੋਈ, ਬੜਾ ਜਸ ਖਟਿਆ, ਬੜਾ ਹੀ ਅਲੌਕਿਕ ਇਤਿਹਾਸ ਹੈ ਉਹਨਾਂ ਦਾ। ਸੋ ਕਹਿਣ ਤੋਂ ਭਾਵ ਇਹ ਹੁਕਮ ਦੀ ਪੜ੍ਹਾਈ ਐਸੀ ਹੈ
ਜਦੋਂ ਮਨ ਦੇ ਅੰਦਰੋਂ ਇਹ ਸਰੀਰ ਦੇ ਅੰਦਰ ਜਿਹੜੀ ਹਉਮੈ ਧਾਰੀ ਹੋਈ ਹੈ ਇਹਨੂੰ ਛੱਡ ਦਿੰਦਾ ਹੈ, ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਪ੍ਰਭ ਕੀ ਆਗਿਆ ਲੱਗੀ ਪਿਆਰੀ, ਉਹਨੂੰ ਫਿਰ ਪ੍ਰਭੂ ਦੀ ਜਿਹੜੀ ਆਗਿਆ ਪਿਆਰੀ ਲੱਗਦੀ ਹੈ। ਕਈ ਹੁਣ ਬੱਧੇ ਰੁੱਧੇ ਕਹਿਣਾ ਤਾਂ ਮੰਨਦੇ ਆ, ਅੰਦਰ ਭਾਵਨਾ ਨਹੀਂ ਹੁੰਦੀ, ਮਜਬੂਰੀ ਬਸ। ਦਿਹਾੜੀਦਾਰ ਆ, ਨੌਕਰ ਚਾਕਰ ਆ, ਔਖੇ ਹੁੰਦੇ ਆ, ਮੈਨੂੰ ਇਹ ਔਖੀ ਡਿਊਟੀ ਦੇ ਦਿੱਤੀ, ਮੈਨੂੰ ਵਾਰ-ਵਾਰ ਇਹ ਕਹਿ ਰਹੇ ਆ, ਪਰ ਉਹ ਮਜਬੂਰੀ ਬਸ। ਪੇਟ ਦਾ ਗੋਰਖ ਧੰਦਾ ਜਿਹਦੇ ਅਧੀਨ ਹੋਇਆ ਉਹ ਕਹਿਣਾ ਮੰਨਦੇ ਆ, ਪਰ ਜਿਹੜਾ ਸੇਵਾਦਾਰ ਆ ਉਹਦੇ ਅੰਦਰ ਸ਼ਰਧਾ ਭਗਤੀ ਪਿਆਰ ਹੁੰਦਾ ਹੈ, ਨਿਸ਼ਕਾਮਤਾ ਨਿਸ਼ਕਪਟਤਾ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜਦੋਂ ਹਉਮੈ ਵਾਲੀ ਬਿਰਤੀ ਚਲੇ ਜਾਂਦੀ ਹੈ, ਪ੍ਰਭੂ ਦੀ ਆਗਿਆ ਮਿੱਠੀ ਔਰ ਬੜੀ ਪਿਆਰੀ ਲੱਗਦੀ ਹੈ। ਜੋ ਕਿਛ ਕਰੈ ਸੋ ਮਨ ਮੇਰਾ ਬੀਠਾ, ਹਾਂ, ਜੋ ਕੁਛ ਕਰਦੇ ਹੈ ਉਹ ਪ੍ਰਭੂ ਦੇ ਹੁਕਮ ਵਿੱਚ ਕਰਦੇ ਹੈ, ਔਰ ਹੁਕਮ ਨੂੰ ਮਿੱਠਾ ਜਾਣ ਕੇ ਮੰਨਦੇ ਹੈ, ਕਿਉਂਕਿ ਅੰਦਰ ਭਗਤੀ ਹੈ, ਸ਼ਰਧਾ ਹੈ, ਵਿਸ਼ਵਾਸ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਹੁਕਮ ਹੋਇਆ ਕਿ ਬਿਆਸ ਤੋਂ ਜਲ ਲਿਆ ਕੇ ਇਸ਼ਨਾਨ ਕਰਾਉਣਾ। ਖਡੂਰ ਸਾਹਿਬ ਅੰਦਰ ਖੂਹ ਹੈਗੇ ਸੀ, ਜਲ ਹੈਗਾ ਸੀ, ਸਾਰਾ ਕੁਝ ਹੀ ਹੈਗਾ ਸੀ। ਕਿਸਾਨ ਲੋਕ ਖੇਤੀਆਂ ਸਿੰਜਦੇ ਹੋਣਗੇ, ਨਹਾਉਂਦੇ ਧੋਂਦੇ ਆ, ਅੰਨ ਪਾਣੀ ਤਿਆਰ ਹੁੰਦਾ ਸੀ, ਸਾਰਾ ਕੁਝ ਸੀ। ਇਹ ਨਹੀਂ ਕਿਹਾ ਕਿ ਮਹਾਰਾਜ ਮੈਂ 72 ਸਾਲ ਦਾ ਬਿਰਧ ਹਾਂ, ਫਿਰ ਤੁਹਾਡਾ ਰਿਸ਼ਤੇਦਾਰ ਕੁੜਮਿਆਂ ਅਤੇ ਤੁਸੀਂ ਇੰਨੀ ਦੂਰੇ ਗਾਗਰ ਦੇ ਕੇ ਬਿਆਸ ਤੋਂ ਜਲ ਲਿਆਉਣ ਲਈ ਹੁਕਮ ਕਰਦੇ ਹੋ। ਪਰ ਉੱਥੇ ਸੇਵਕ ਵਾਲਾ ਭਾਵ ਸੀ ਨਾ, ਉੱਥੇ ਕੋਈ ਹੁਜਤ ਨਹੀਂ, ਉੱਥੇ ਹੁਕਮ ਦੀ ਪੜ੍ਹਾਈ ਸੀ, ਸਤ ਵਚਨ ਦੀ ਪੜ੍ਹਾਈ ਸੀ। ਇਸ ਕਰਕੇ ਵੇ ਉਹ ਸਤ ਵਚਨ ਦੀ ਪੜ੍ਹਾਈ ਕੀਤੀ ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਰੀਆਂ ਬਰਕਤਾਂ ਲਈਆਂ। ਕਿੰਨੇ ਵਰਦਾਨ ਦਿੱਤੇ, ਨਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਜੋਟਿਆਂ ਦੀ ਓਟ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ। ਐਸੇ 12 ਵਾਰ ਇਤਿਹਾਸ ਵਿੱਚ ਆਉਂਦੇ ਆ ਜਿਹੜੇ ਕਿ ਮਹਾਰਾਜ ਨੇ ਭਾਵ ਕਿ ਸਮੁੱਚੀਆਂ ਬਰਕਤਾਂ ਜਿੰਨੀਆਂ ਸੀ ਉਹ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀਆਂ ਸਨ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀ ਐਸੀ ਅਵਸਥਾ ਹੈ। ਤਾ ਇਹ ਅਚਰਜ ਨੈਣੋ ਡੀਠਾ, ਜਿਹੜੀ ਇਸ ਚਰਜਤਾ ਗੁਰੂ ਘਰ ਦੀ ਅਲੌਕਿਕ ਬਰਕਤ ਹੈ। ਜਦੋਂ ਬੁੱਧੀ ਤੋਂ ਮਾਇਆ ਦਾ ਪਰਦਾ ਚਲੇ ਗਿਆ, ਗਿਆਨ ਬਰਾਗ ਰੂਪੀ ਨੇਤਰ ਮਿਲ ਗਏ, ਉਹ ਜਿਹੜੀ ਅਚਰਜ ਖੇਡ ਸੀ ਉਹਨੂੰ ਨੇਤਰਾਂ ਨਾਲ ਪ੍ਰਤੱਖ ਤੌਰ 'ਤੇ ਡੀਠਾ ਮੈਨੇ ਦੇਖਣਾ ਕੀਤਾ ਹੈ। ਇੱਕ ਤਾਂ ਹੁੰਦਾ ਸੁਣੀਆਂ ਸੁਣਾਈਆਂ ਗੱਲਾਂ, ਇੱਕ ਹੁੰਦੀ ਆ ਕੋਈ ਚੀਜ਼ ਪ੍ਰਤੱਖ ਦੇਖ ਲੈਣੀ। ਇਸ ਵਾਸਤੇ ਕਹਿੰਦੇ ਕਿ ਆਪਣੇ ਨੇਤਰਾਂ ਨਾਲ ਸਾਰੀ ਬਰਕਤ ਨੂੰ ਉਹਨਾਂ ਗੁਰਮੁਖ ਪਿਆਰਿਆਂ ਨੇ ਦੇਖਣਾ ਕੀਤਾ ਹੈ। ਆਬ ਮੋਹਿ ਜਾਨੀ ਰੇ ਮੇਰੀ ਗਈ ਬਲਾਏ, ਅੱਬ ਕਹਿੰਦੇ ਹੁਣ ਇਹ ਗੱਲ ਜਾਣੀ ਹੈ, ਜਿਹੜੀ ਉਹ ਮੋਹ ਮਮਤਾ ਰੂਪੀ ਬਲਾ ਚਿੰਬੜੀ ਹੋਈ ਸੀ ਉਹ ਚਲੇ ਗਈ। ਹਉਮੈ ਰੂਪੀ ਬਲਾ ਜਿਹੜੀ ਸੀ, ਡੈਣ ਚਿੰਬੜੀ ਹੋਈ ਸੀ, ਉਸ ਦਾ ਤਿਆਗ ਹੋ ਗਿਆ ਹੈ। ਭਾਵ ਹਉਮੈ ਵਾਲਾ ਭਾਵ ਅੰਦਰੋਂ ਮਿਟ ਗਿਆ ਹੈ।
ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ। ਹਾਂ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਲਟਾਲਟ, ਕਾਮ, ਕ੍ਰੋਧ, ਈਰਖਾ ਦੀ ਅੱਗ ਸੀ, ਹਿੰਸਾ ਦੀ ਅੱਗ ਸੀ, ਲੋਭ ਦੀ ਅੱਗ ਸੀ, ਕ੍ਰੋਧ ਦੀ ਅੱਗ ਸੀ, ਉਹ ਬੁਝ ਗਈ। ਹਿਰਦਾ ਸੀਤਲ ਹੋ ਗਿਆ, ਠੰਡਾ ਠਾਰ ਸ਼ਾਂਤ ਹੋ ਗਿਆ ਹੈ। ਗੁਰ ਪੂਰੈ ਲਿਓ ਸਮਝਾਏ। ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਮਝਾ ਦਿੱਤਾ ਕਿ ਇਹ ਨੁਕਤਾ ਹੈ, ਇਸ ਨੂੰ ਸਮਝਣੇ ਦੇ ਨਾਲ ਤੈਨੂੰ ਆਤਮਾ ਗਿਆਨ ਦੀ ਪ੍ਰਾਪਤੀ ਹੋਏਗੀ। ਕਿਉਂਕਿ ਇਹ ਜਿਹੜੀ ਪੜ੍ਹਾਈ ਹੈ, ਇਹ ਸਤਿਵਚਨ ਦੀ ਹੈ, ਹੁਕਮ ਮੰਨਣ ਦੀ ਪੜ੍ਹਾਈ ਹੈ। ਸਤਿਗੁਰੂ ਜੀ ਨੇ ਜਿਹੜਾ ਨੁਕਤਾ ਸੀ, ਇਹ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਮਝਾ ਦੇਣਾ ਕੀਤਾ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਕਰ ਕਿਰਪਾ ਰਾਖਿਓ ਗੁਰ ਸਰਨਾ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ, ਆਪਣੇ ਚਰਨ ਸ਼ਰਨ ਵਿੱਚ ਰੱਖ ਲਿਆ। ਕਈ ਵਾਰੀ ਦੇਖੀਦਾ ਕਿ ਪ੍ਰੇਮੀ ਜਨ ਮਿਲਦੇ ਆ, ਉਹ ਕਹਿੰਦੇ ਸਾਡੇ ਕਰਮ ਤੇ ਐਸੇ ਨਹੀਂ ਸੀ, ਪਰ ਮਹਾਂਪੁਰਖਾਂ ਨੇ ਕਿਰਪਾ ਕੀਤੀ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ। ਉਹਨੇ ਆਪਣੇ ਬਿਰਦ ਨੂੰ, ਫਰਜ਼ ਨੂੰ, ਧਰਮ ਨੂੰ ਸੰਭਾਲਿਆ ਕਿ ਲਾਜ ਰੱਖ ਲਈ, ਕਿਰਪਾ ਕਰ ਦਿੱਤੀ। ਕਰਮ ਐਸਾ ਨਹੀਂ ਸੀ, ਪਰ ਬਖਸ਼ਿਸ਼ ਕਰਦਿਆਂ ਹੋਇਆਂ ਸੰਗਤ ਦੇ ਵਿੱਚ, ਗੁਰੂ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਮਿਲ ਗਿਆ। ਫਿਰ ਸੇਵਾ ਕਰਦਿਆਂ ਕਰਦਿਆਂ, ਸੰਗਤ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਹੈ, ਕੋਈ ਚੀਜ਼ ਬਾਹਰੋਂ ਨਹੀਂ, ਅੰਦਰੋਂ ਹੀ ਸਾਰਾ ਕੁਛ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਉਹ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਪੰਜੇ ਵਕਾਰ, ਆਸਾ, ਮਮਤਾ, ਇਹ ਡੈਣਾ ਜਿਹੜੀਆਂ ਚਿੰਬੜੀਆਂ ਹੋਈਆਂ ਸੀ, ਇਹ ਖਤਮ ਹੋ ਗਈਆਂ ਅਤੇ ਹਿਰਦਾ ਜਿਹੜਾ ਸੀ ਸ਼ਾਂਤ ਹੋ ਗਿਆ। ਕੌਡਾ ਰਾਖਸ਼ ਕਿਵੇਂ ਹਿੰਸਾ ਦੀ ਅੱਗ ਸੀ, ਪੰਛੀਆਂ ਪਸ਼ੂਆਂ ਤੱਕ ਨਹੀਂ, ਆਦਮਖੋਰ ਜਾਤੀ ਦਾ ਮਨੁੱਖ ਬਣ ਗਿਆ ਸੀ, ਬੰਦਿਆਂ ਦਾ ਮਾਸ ਖਾ ਰਿਹਾ ਸੀ। ਪਰ ਜਦੋਂ ਗੁਰੂ ਸਾਹਿਬ ਦੀ ਸੰਗਤ ਹੋਈ, ਉਹਦੇ ਹਿਰਦੇ ਵਿੱਚ ਸ਼ਾਂਤੀ ਹੋ ਗਈ। ਜਿਹੜਾ ਮਨੁੱਖਾਂ ਨੂੰ ਤਲ ਤਲ ਖਾ ਰਿਹਾ ਸੀ, ਉਹ ਮਨੁੱਖਤਾ ਦਾ ਸੇਵਾਦਾਰ ਬਣ ਗਿਆ, ਸੰਗਤ ਦਾ ਸੇਵਾਦਾਰ ਬਣ ਗਿਆ। ਕਿਉਂਕਿ ਅੰਦਰ ਜਿਹੜੀ ਇਹ ਅੱਗ ਸੀ ਬੁਝ ਗਈ, ਹਿਰਦਾ ਸ਼ਾਂਤ ਹੋ ਗਿਆ ਅਤੇ ਸਾਰਿਆਂ ਦੇ ਅੰਦਰ ਪਰਮਾਤਮਾ ਵਾਲਾ ਜਿਹੜਾ ਭਾਵ ਸੀ ਨਾ, ਉਹ ਨਜ਼ਰ ਆਉਣ ਲੱਗ ਪਿਆ। ਇਸ ਕਰਕੇ ਹੁਣ ਉਹ ਬੁਰਾ ਕਿਹਦਾ ਤੱਕੇਗਾ, ਜਦੋਂ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਦੀ ਜਿਹੜੀ ਜੋਤ ਸੀ, ਉਹਨੂੰ ਉਹ ਦੇਖਣ ਲੱਗ ਪਿਆ। ਕਿਉਂਕਿ ਪਹਿਲਾਂ ਤਾਂ ਉਹਨੂੰ ਇਹ ਗੱਲਾਂ ਬੜੀਆਂ ਹੋਰ ਰੂਪ ਵਿੱਚ ਨਜ਼ਰ ਆਉਂਦੀਆਂ ਸੀ, ਅਤੇ ਜਦੋਂ ਫਿਰ ਗੁਰੂ ਦੀ ਕਿਰਪਾ ਹੋ ਗਈ ਅਤੇ ਸਾਰਿਆਂ ਵਿੱਚ ਹਾਂਜੀ ਇਹ ਅਚਰਜ ਆਪਣੀਆਂ ਅੱਖਾਂ ਨਾਲ ਦੇਖ ਲਿਆ ਕਿ ਜੋ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਹੈ। ਪਹਿਲਾਂ ਤਾਂ ਉਹ ਕੜਾਹਾ ਦਾ ਤੇਲ ਠੰਡਾ ਹੋਇਆ, ਇਹ ਕੈਸੇ ਹੋ ਗਿਆ। ਫਿਰ ਪੁੱਛਣ ਲੱਗਿਆ, ਆਪ ਕੌਣ ਹੋ।
ਤੇ ਮਹਾਰਾਜ ਨੇ ਜਿਹੜੇ ਦਿਵ ਦ੍ਰਿਸ਼ਟੀ ਕੀਤੀ, ਬੁੱਧੀ ਤੋਂ ਮਾਇਆ ਦਾ ਪਰਦਾ ਚੁੱਕਿਆ, ਉਹਨੂੰ ਆਪਣੇ ਪਤਾ ਲੱਗ ਗਿਆ ਕਿ ਇਹ ਤਾਂ ਨਿਰੰਕਾਰੀ ਜੋਤ ਹੈ। ਕਿਉਂਕਿ ਅੰਦਰ ਜਿਹੜੀ ਇਹ ਬਲਾ ਬੈਠੀ ਸੀ ਦਵੈਸ਼ ਵਾਲੀ, ਉਹ ਖਤਮ ਹੋ ਗਈ, ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਬੁਝ ਗਈ, ਤੇ ਜਿਹੜੀ ਮਮਤਾ ਵਾਲਾ ਭਾਵ ਸੀ ਉਹ ਵੀ ਖਤਮ ਹੋ ਗਿਆ। ਗੁਰ ਪਕੜਾਏ ਹਰ ਕੇ ਚਰਨਾ, ਤ੍ਰਿਸ਼ਨ ਨਿਵਾਰੀ ਤੇ ਜਿਹੜੀ ਮਮਤਾ ਸੀ ਪ੍ਰਭੂ ਨੇ ਸਮਝਾ ਦਿੱਤਾ ਕਿ ਮੇਰ ਤੇਰਾ ਵਾਲਾ ਭਾਵ ਛੱਡ ਕੇ ਸਾਰਿਆਂ ਦੇ ਅੰਦਰ ਇੱਕ ਨਿਰੰਕਾਰੀ ਜਿਹੜੀ ਜੋਤ, ਉਹਨੂੰ ਤੂੰ ਦੇਖਣਾ ਕਰ। ਇਸ ਕਰਕੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਨਿਰੰਕਾਰ ਦੇ ਜਿਹੜੇ ਚਰਨ ਸੀ ਉਹ ਪਕੜਾ ਦੇਣਾ ਕੀਤੇ। ਉਹ ਬੇਮੁਖਤਾ ਵਾਲਾ ਜਿਹੜਾ ਭਾਵ ਸੀ ਖਤਮ ਕਰ ਦਿੱਤਾ, ਕਿਉਂਕਿ ਗੁਰੂ ਇੱਕ ਐਸੀ ਸ਼ਕਤੀ ਹੈ ਜਿਹਦੇ ਦੁਆਰਾ ਪਰਮਾਤਮਾ ਦੇ ਮਿਲਾਪ ਦਾ ਰਸਤਾ ਖੁੱਲ੍ਹਦਾ। ਕਿਉਂਕਿ ਜੇ ਕੋਈ ਆਪਣੇ ਆਪ ਟੱਕਰਾਂ ਮਾਰੇ ਬੜੀ ਮੁਸ਼ਕਿਲ ਗੱਲ ਹੈ। ਹੁਣ ਵਿਗਿਆਨ ਹੈ ਜਾਂ ਕੈਮਿਸਟਰੀ ਵਗੈਰਾ ਜਾਂ ਅਲਜਬਰੇ ਦੇ ਪ੍ਰਸ਼ਨ ਆ, ਜੇ ਕੋਈ ਆਪਣੇ ਆਪ ਟੱਕਰਾਂ ਮਾਰੇ ਕੀ ਉਹਨਾਂ 'ਚੋਂ ਪ੍ਰਾਪਤ ਕਰੇਗਾ? ਉਸਤਾਦ ਦੁਆਰਾ ਸਾਰੀਆਂ ਘੁੰਡੀਆਂ ਜਿਹੜੀਆਂ ਉਹ ਖੁੱਲ੍ਹਦੀਆਂ। ਇਸੇ ਤਰ੍ਹਾਂ ਇਹ ਜਿਹੜੀ ਹਉਮੈ ਦੀ ਗੰਢ ਹੈ ਇਹ ਬੜੀ ਪੀੜੀ ਹੈ, ਤੇ ਜਦੋਂ ਫਿਰ ਪੂਰਾ ਗੁਰੂ ਮਿਲ ਜਾਂਦਾ ਉਹਦੇ ਹੁਕਮ ਦੇ ਵਿੱਚ ਇਹ ਸੇਵਾ ਕਰਦਾ, ਫਿਰ ਆਪਾ ਭਾਵ ਨਿਵਰਤ ਕਰ ਦਿੰਦਾ ਹੈ। ਤੇ ਗੁਰੂ ਮਹਾਰਾਜ ਜਾਣੀ ਜਾਣਿਆ ਹੇਰਾ ਫੇਰੀ ਉੱਥੇ ਚੱਲਦੀ ਨਹੀਂ। ਉਹ ਦੇਖਦੇ ਆ ਵੀ ਹੁਣ ਇਹਦਾ ਜਿਹੜਾ ਹਿਰਦਾ ਵਸਤੂ ਗ੍ਰਹਿਣ ਕਰਨ ਦਾ ਅਧਿਕਾਰੀ ਬਣਿਆ ਕਿ ਨਹੀਂ। ਫਿਰ ਉਹ ਪਰਖਾਂ ਕਰ ਕਰਕੇ ਦੇਖਦੇ ਆ, ਫਿਰ ਜਾ ਕੇ ਉਹ ਕਿਰਪਾ ਜਿਹੜੀ ਹੁੰਦੀ ਹੈ। ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖ ਹੋਏ ਆ। 14 ਸਾਲ ਉਹਨਾਂ ਨੇ ਬਾਬਾ ਬੀਰਮਦਾਸ ਦੇ ਚਰਨਾਂ 'ਚ ਸੇਵਾ ਕੀਤੀ, ਹੁਕਮ ਵਿੱਚ ਰਹਿ ਕੇ, ਆਪਾ ਭਾਵ ਤਿਆਗ ਕਰਕੇ। ਇੱਕ ਦਿਨ ਮਨ ਵਿੱਚ ਆ ਗਈ ਇਹ ਨਾਗਾ ਸੰਤ ਸੂਮ ਬੜਾ ਹੈ। 14 ਸਾਲ ਬੀਤ ਗਏ, ਕੋਈ ਲੜ ਪੱਲਾ ਹੀ ਨਹੀਂ ਫੜਾਉਂਦੇ। ਐਸਾ ਮਨ ਵਿੱਚ ਭਾਵ ਆ ਗਿਆ, ਕਿਉਂਕਿ ਹਰ ਇਨਸਾਨ ਦੇ ਮਨ 'ਚ ਕਾਲਾਪਨ ਹੁੰਦਾ ਕਿ ਮੈਨੂੰ ਕੋਈ ਵੀ ਵਸਤੂ ਛੇਤੀ ਪ੍ਰਾਪਤ ਹੋ ਜਾਏ। ਸਮਾਂ ਤਾਂ ਹਰ ਚੀਜ਼ ਨੂੰ ਲੱਗਦਾ। ਹੁਣ PhD ਕਰਨੀ ਆ ਇੱਕਦਮ ਤੇ ਹੋਣੀ ਨਹੀਂ, ਮਿਹਨਤ ਵੀ ਕਰਨੀ ਪੈਣੀ, ਖਰਚਾ ਵੀ ਹੁੰਦਾ, ਭੁੱਖ ਨੀਂਦ 'ਤੇ ਵੀ ਕਾਬੂ ਪਾਉਣਾ ਪੈਂਦਾ, ਉਸਤਾਦ ਦੀ ਮਾਰ ਵੀ ਖਾਣੀ ਪੈਂਦੀ ਹੈ, ਇਹ ਇਮਤਿਹਾਨ ਵੀ ਹੁੰਦੇ ਆ, ਫਿਰ ਵੀ ਕਿੰਨੇ ਸਾਲ ਲੱਗ ਜਾਂਦੇ ਆ। ਇਸੇ ਤਰ੍ਹਾਂ ਕੋਈ ਵੀ ਪੜ੍ਹਾਈ ਹੈ, ਸਮਾਂ ਲੱਗਦਾ ਹੈ, ਤੇ ਹਰ ਵਿਦਿਆਰਥੀ ਜਾਂ ਸਿਖਿਆਰਥੀ ਉਹਦੇ ਮਨ 'ਚ ਇਹ ਆਉਂਦੀ ਮੈਂ ਛੇਤੀ ਆਪਣੀ ਮੰਜ਼ਿਲ 'ਤੇ ਪਹੁੰਚਾਂ, ਪ੍ਰਾਪਤੀ ਕਰਾਂ। ਮਨ 'ਚ ਐਸਾ ਭਾਵ ਆਇਆ, ਕਹਿਣ ਲੱਗੇ ਆ ਘੜਾ ਲੈ ਜਾ, ਪਾਣੀ ਲੈ ਕੇ ਆ। ਪਾਣੀ ਲੈਣ ਵਾਸਤੇ ਚਲੇ ਗਏ। ਹੁਣ ਆਵਾਜ਼ ਆ ਰਹੀ ਹੈ, ਕਰਦੇ ਤਾਂ ਲੀਲਾ ਪਈ ਹੈ, ਘੜੇ ਦੁਆਰਾ ਆਵਾਜ਼ ਆਉਂਦੀ। ਪਹਿਲਾਂ ਮੈਂ ਮਿੱਟੀ ਸੀ, ਕਹੀ ਦੇ ਨਾਲ ਮੈਨੂੰ ਵੱਢਿਆ ਗਿਆ, ਫਿਰ ਪਾਣੀ ਪਾ ਕੇ ਪੈਰ ਲੱਤਾਂ ਮਾਰ ਮਾਰ ਕੇ ਗੁੰਨਿਆ। ਫਿਰ ਉਸ ਮਿੱਟੀ ਦਾ ਇੱਕ ਪੇੜਾ ਬਣਾਇਆ ਗਿਆ, ਉਸ ਨੂੰ ਫਿਰ
ਬੱਤ ਦੇ ਨਾਲ ਚੱਕ ਤੇ ਚੜਾਇਆ। ਫਿਰ ਉਹਦਾ ਘੜਾ ਬਣਿਆ। ਫਿਰ ਉਹਨੂੰ ਧੁੱਪੇ ਰੱਖ ਕੇ ਸੁਕਾਇਆ। ਵੀ ਪਾਣੀ ਪੈ ਗਿਆ ਤੂੰ ਘੜਾ ਉਵੇਂ ਬਹਿ ਜਾਏਗਾ ਕੱਚਾ। ਫਿਰ ਉਹਨੂੰ ਆਵੇ ਵਿੱਚ ਪਾ ਕੇ ਪਕਾਇਆ ਗਿਆ। ਜਦੋਂ ਪੱਕ ਗਿਆ ਫਿਰ ਪਾਣੀ ਪਾ ਕੇ ਪਰਖ ਕੀਤੀ ਵੀ ਚੋਂਦਾ ਤਾਂ ਨਹੀਂ। ਕਹਿੰਦੇ ਫਿਰ ਉਹ ਘੜਾ ਵਸਤੂ ਪਾਉਣ ਦੇ ਕਾਬਲ ਹੋਇਆ। ਤੇ ਜਦੋਂ ਉਹ ਜਲ ਲੈ ਕੇ ਆਏ ਫਿਰ ਉਹ ਮਗਧੈਰਾ ਫੜਿਆ ਹੋਇਆ ਸੀ ਤੇ ਉਹਦੇ ਨਾਲ ਕੁੱਟਣ ਲੱਗ ਪਿਆ। ਕਹਿੰਦੇ ਨਾ ਗਏ ਸੰਤ ਤੋਂ ਤੈਨੂੰ ਕੁਛ ਨਹੀਂ ਮਿਲਣਾ, 14 ਸਾਲ ਹੋ ਗਏ, ਇੱਥੋਂ ਭੱਜ ਜਾ, ਦੌੜ ਜਾ। ਜਾ ਕੇ ਬੈਠੇ ਫੇਰ ਬਾਜ਼ ਮਾਰੀ, ਜਾਂਦਾ ਨਹੀਂ। ਕਹਿੰਦੇ ਮਹਾਰਾਜ ਕੋਈ ਜਗ੍ਹਾ ਹੀ ਹੈ ਨਹੀਂ, ਜਾਵਾਂ ਕਿੱਥੇ। ਜਿਹਲੇ ਦੇਖ ਲਿਆ ਵੀ ਮਨ ਚੋਂ ਮਿਟ ਗਈ ਹਉਮੈ, ਬਸ ਫਿਰ ਨਜ਼ਰੋਂ ਨਜ਼ਰ ਨਿਹਾਲ ਕਰਤਾ। ਕਹਿੰਦੇ ਜਾਓ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਸੇਵਾ ਕਰੋ। ਬਾਬਾ ਗੁਰਮੁਖ ਸਿੰਘ ਜੀ ਔਰ ਬਾਬਾ ਸਾਧੂ ਸਿੰਘ ਜੀ ਕਹਿੰਦੇ ਮਹਾਰਾਜ ਸਾਨੂੰ ਉੱਥੇ ਕੌਣ ਜਾਣਦਾ ਹੈ, ਕੀ ਸੇਵਾ ਕਰਾਂਗੇ। ਕਹਿੰਦੇ ਮਹਾਰਾਜ ਜਾਣਨਗੇ। ਤੇ ਧੰਨ ਧੰਨ ਬਾਬਾ ਸ਼ਾਮ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ, ਜਿਹਨੇ ਸਰੰਦਾ ਫੜ ਕੇ ਗੁਰੂ ਰਾਮਦਾਸ ਦੇ ਦਰਬਾਰ 'ਚ ਕਿੰਨੇ ਸਾਲ ਨਿਸ਼ਕਾਮ ਕੀਰਤਨ ਕੀਤਾ। ਅੰਤਰਜਾਮੀ ਉਹਨਾਂ ਦੇ ਅੰਤਰਾਤਮੀ ਫੋਨ ਚੱਲਦੇ ਆ। ਇਹ ਨੈੱਟ ਜਿਹੜੀ ਵੱਖਰੀ ਹੈ ਅੱਜ ਦੇ ਵੱਲੋਂ, ਆਹ ਨੈੱਟ ਦੇ ਦੁਆਰਾ ਸਰਚ ਲਾਈਟਾਂ ਨਾਲ ਕਿੱਥੇ ਬੈਠੇ ਕਿੱਥੇ ਗੱਲ ਹੋ ਜਾਂਦੀ ਹੈ। ਚਿੱਠੀਆਂ ਫੈਕਸ ਨਾਲ ਕਿੱਥੇ ਇੱਕਦਮ ਨਿਕਲ ਆਉਂਦੀਆਂ ਬਲੈਤਾਂ 'ਚੋਂ। ਅਤੇ ਜਿਹੜੀ ਅੰਦਰਲਾ ਨੈੱਟ ਆ ਇਹ ਵੀ ਇੱਕ ਹੈਗਾ। ਇਹ ਕਮਾਈ ਵਾਲੇ ਪੁਰਸ਼ ਉੱਧਰੋਂ ਦੇ ਲੋਕ ਕਿੱਥੇ ਬੈਠੇ ਬਦੋਸ਼ੀ, ਉੱਧਰ ਅੰਮ੍ਰਿਤਸਰ। ਅਤੇ ਬਾਬਾ ਸ਼ਾਮ ਸਿੰਘ ਜੀ ਮਹਾਰਾਜ ਸੰਗਤ ਲੈ ਕੇ ਮੋਹਰੇ ਸਵਾਗਤ ਲਈ ਜਾ ਰਿਹਾ। ਕਹਿੰਦੇ ਮਹਾਰਾਜ ਅੱਜ ਕਿੱਧਰ ਜਾ ਰਹੇ? ਕਹਿੰਦੇ ਅੱਜ 2 ਇਸ ਮਾਨ ਸਰੋਵਰ 'ਤੇ ਹੰਸ ਆ ਰਹੇ। ਬਾਬਾ ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਜੀ ਵੱਲ ਇਸ਼ਾਰਾ। ਮਹਾਂਪੁਰਖ ਆਪ ਲੈ ਕੇ ਆਏ। ਪਹਿਲਾਂ ਸੇਵਾ ਜਿਹੜੀ ਸੀ ਝਾੜੂਆਂ ਤੋਂ ਸ਼ੁਰੂ ਹੋਈ, ਫਿਰ ਆ ਬੋਰੀਆਂ ਟਾਟ ਆ ਗਏ, ਪੋਚਾ, ਫਿਰ ਹੌਲੀ ਹੌਲੀ ਰੋੜੀਆਂ ਕੁੱਟਣੀਆਂ। ਫਿਰ ਸੇਵਾ ਸ਼ੁਰੂ ਹੁੰਦੀ ਹੁੰਦੀ ਅੱਜ ਕਿੱਥੇ ਪਹੁੰਚ ਗਈ ਹੈ। ਸਾਰੇ ਵਰਲਡ ਵਿੱਚ ਇਹਨਾਂ ਦੀ ਸੇਵਾ ਚੱਲ ਰਹੀ ਹੈ। ਇਹ ਸੇਵਾ ਦੀ ਦਾਤ ਝੋਲੀ ਉਦੋਂ ਪਈ ਜਿਸ ਵੇਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਸੇਵਾ ਕਰਕੇ ਕਸਵੱਟੀ ਝੱਲੀ ਔਰ ਉਸ ਕਸਵੱਟੀ ਦੇ ਵਿੱਚ ਪੂਰੇ ਉਤਰੇ। ਫਿਰ ਬਰਕਤਾਂ ਦੇ ਕੇ ਭੇਜਿਆ, ਬਖਸ਼ਿਸ਼ਾਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ, ਹਾਂਜੀ ਪੜ੍ਹੋ ਫਿਰ। ਗੁਰ ਪਕੜਾਏ ਹਰਿ ਕੇ ਚਰਨਾ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਨਿਰੰਕਾਰ ਦੇ ਪਵਿੱਤਰ ਜਿਹੜੇ ਚਰਨ ਪਕੜਾ ਦਿੱਤੇ। ਕਿਉਂਕਿ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਉਨਾ ਚਿਰ ਗੁਰੂ ਤੋਂ ਬਰਕਤ ਮਿਲਣੀ ਨਹੀਂ। ਕੋਈ ਬੰਦਾ ਕਹੇ ਵੀ ਮੈਂ ਬਾਰਡਰ 'ਤੇ ਡਿਊਟੀ ਪੂਰੀ ਕਰਾਂਗਾ, ਵੀ ਫੌਜ ਦੀ ਵਰਦੀ ਵੀ ਨਹੀਂ ਪਾਉਣੀ, ਰੰਗਰੂਟੀ ਵੀ ਨਹੀਂ ਕਰਨੀ, ਕੋਈ ਮੰਨੇਗਾ? ਉੱਥੇ ਦੇ ਜਿਹੜੇ ਨਿਯਮ ਆ ਉਹ ਪੂਰੇ ਕਰਨੇ ਪੈਣੇ ਆ। ਜਿਹੜਾ ਨਿਯਮ ਵਿੱਚ ਆ ਗਿਆ ਫਿਰ ਉਹਦੀ
ਰੈਂਕ ਵੀ ਵੱਧਦੇ ਜਾਂਦੇ ਆ, ਤਨਖਾਹ ਵੀ ਵੱਧਦੀ ਹੈ, ਸਤਿਕਾਰ ਪਿਆਰ ਵੀ ਵੱਧਦਾ। ਇਹ ਦੁਨਿਆਵੀ ਤੌਰ 'ਤੇ ਲੈ ਲਓ। ਇਸ ਤਰ੍ਹਾਂ ਪਰਮਾਰਥੀ ਤੌਰ 'ਤੇ ਵੀ ਹੈ। ਕਿਸੇ ਪਾਸੇ ਚੱਲ ਜਾਓ, ਪੜ੍ਹਾਈ ਸਾਰੇ ਪਾਸੇ ਹੁਕਮ ਦੀ ਹੈ। ਘਰਾਂ 'ਚ ਵੀ ਬੱਚੇ ਬੱਚੀਆਂ ਮਾਂ ਪਿਓ ਦਾ ਹੁਕਮ ਮੰਨਦੇ ਆ, ਉਹ ਘਰ ਸਵਰਗ ਬਣ ਜਾਂਦਾ। ਜਿੱਥੇ ਇੱਕ ਦੂਜੇ ਦੇ ਬਚਨ ਦੀ ਸਾਂਝ ਨਹੀਂ, ਉੱਥੇ ਵੀ ਕਲਾ ਕਲੇਸ਼ ਬਣਿਆ ਰਹਿੰਦਾ। ਕਿਸੇ ਸੰਸਥਾ ਵਿੱਚ ਚਲੇ ਜਾਓ, ਕਿਤੇ ਵੀ ਦੇਖ ਲਓ, ਇਹ ਨੁਕਤਾ ਇਹੀ ਹੈ। ਪੜ੍ਹਾਈ ਇਹੀ ਹੈ ਹੁਕਮ ਮੰਨਣ ਦੀ। ਅਤੇ ਮਹਾਰਾਜ ਦੀ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਤਾਂ ਨਿਯਮ ਹੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਅਤੇ ਜਦੋਂ ਮਨਮਰਜ਼ੀ ਆ ਜਾਂਦੀ ਹੈ, ਪਿੰਡਾਂ 'ਚ ਵੀ ਅੱਜ ਕੱਲ੍ਹ ਪਾਰਟੀਆਂ ਕਿਉਂ ਬਣੀਆਂ? ਉਹ ਇੱਕ ਦੂਜੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਮੈਂ ਜੋ ਕਰਦਾ ਇਹ ਠੀਕ ਹੈ, ਤੂੰ ਜੋ ਕਰ ਰਿਹਾ ਗਲਤ ਹੈ। ਅਤੇ ਜੇ ਹੁਕਮ ਦੀ ਪੜ੍ਹਾਈ ਆ ਜਾਏ ਫਿਰ ਕੋਈ ਕਲੇਸ਼ ਨਹੀਂ। ਫਿਰ ਤਾਂ ਉਹ ਨਗਰ ਲੈ ਲਓ, ਘਰ-ਬਾਰ ਲੈ ਲਓ, ਕੋਈ ਸੰਸਥਾ ਲੈ ਲਓ। ਅਤੇ ਅੱਜ ਹੁਣ ਸਾਡੇ ਦੇਸ਼ ਵਿੱਚ ਇਹੀ ਹੈ। ਸਮਾਜਿਕ ਲੋਕਾਂ ਦਾ ਲੈ ਲਓ, ਉੱਥੇ ਵੀ ਕਲਾ ਕਲੇਸ਼। ਪਰਿਵਾਰਾਂ 'ਚ ਲੈ ਲਓ, ਰਾਜਨੀਤੀ ਲੈ ਲਓ, ਧਾਰਮਿਕ ਤੌਰ 'ਤੇ ਲੈ ਲਓ, ਕਿੰਨਾ ਖਲਾਊ ਬਣਿਆ ਹੋਇਆ। ਕਿਉਂਕਿ ਬਚਨ ਦੀ ਸਾਂਝ ਚਲੇ ਗਈ ਹੈ। ਮਨ ਦੇ ਅੰਦਰ ਸਤ ਸੰਤੋਖ, ਗਿਆਨ ਵਿਰਾਗ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ। ਲੋਭ ਲਾਲਚ, ਪਾਰਟੀਆਂ ਦਾ ਲੈ ਲਓ, ਟਪੂਸੀ ਮਾਰਦੇ, ਕਦੀ ਉੱਧਰ ਚੱਲ ਜਾਂਦੇ, ਕਦੀ ਉੱਧਰ ਚੱਲ ਜਾਂਦੇ। ਨਾ ਕੋਈ ਧਰਮ ਰਿਹਾ, ਨਾ ਕੋਈ ਧੜਾ ਰਿਹਾ। ਧਰਮ ਵੀ ਛੱਡ ਗਏ, ਧੜਾ ਵੀ ਹੈ ਨਹੀਂ। ਹੁਣ ਕਿਸੇ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਵੀ ਇਹ ਬੰਦਾ ਨਿਭੂਗਾ ਨਹੀਂ। ਵੱਡੇ ਡੂਛੜੇ ਪਏ ਆ, ਕਦੀ ਉੱਧਰ ਕਦੀ ਉੱਧਰ। ਕੋਈ ਵਿਸ਼ਵਾਸ ਨਹੀਂ ਹੈ, ਸਿਰਫ ਸਵਾਰਥ ਲਈ। ਇੱਧਰ ਜਾਵਾਂਗੇ, ਇੱਧਰੋਂ ਕੁਛ ਮਿਲ ਜਾਊ, ਉੱਧਰ ਜਾਵਾਂਗੇ ਉੱਧਰ। ਪਰ ਬਹੁਤੇ ਘਰਾਂ ਦਾ ਪ੍ਰਾਹੁਣਾ ਪੰਜਾਬੀ ਦੀ ਗੱਲ ਖਾਲੀ ਰਹਿੰਦਾ। ਅਤੇ ਜੇ ਮਹਾਰਾਜ ਦੇ ਚਰਨਾਂ 'ਤੇ ਵਿਸ਼ਵਾਸ ਕਰ ਲਈਏ, ਫਿਰ ਸਾਰੀਆਂ ਬਰਕਤਾਂ ਉੱਥੋਂ ਹੀ ਮਿਲ ਜਾਂਦੀਆਂ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਹੁਣ ਦੇਣੇ ਬਾਣੇ ਨਹੀਂ ਘੁੰਮਣਾ। ਇੱਕ ਅਕਾਲ ਪੁਰਖ ਦੇ ਲੜ ਲੱਗ ਕੇ ਜਨਮ ਸਵਾਰਨਾ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਮਹਾਰਾਜ ਦੇ ਚਰਨ ਪਕੜਾ ਦਿੱਤੇ ਹਨ। ਬੀਸ ਬਿਸਵੇ ਜਾ ਮਨ ਠਹਿਰਾਨੇ। 20 ਵਿਸਵੇ ਪੂਰਨ ਤੌਰ 'ਤੇ 16 ਆਨੇ। ਉਹਨਾਂ ਦਾ ਜਿਹੜਾ ਮਨ ਸੀ ਨਾ, ਗੁਰੂ 'ਤੇ ਮੰਨ ਗਿਆ। ਕਿ ਆਪਾਂ ਆਪਣੇ ਮਨ ਨਾਲ ਦੇਖੀਏ, ਆਪਣਾ ਮਨ ਮੰਨਦਾ ਨਹੀਂ। ਜੇ ਤਾਂ ਕੋਈ ਲੋੜ ਪੂਰੀ ਹੋ ਗਈ ਫਿਰ ਤਾਂ ਠੀਕ ਹੈ। ਅਤੇ ਜੇ ਮਨ ਦਾ ਫੁਰਨਾ ਨਾ ਪੂਰਾ ਹੋਇਆ, ਲੈ ਇੰਨਾ ਚਿਰ ਉੱਥੇ ਵੀ ਜਾ ਦੇਖ ਲਿਆ, ਕੁਛ ਵੀ ਨਹੀਂ ਮਿਲਿਆ। ਦ੍ਰਿੜਤਾ ਨਹੀਂ, ਵਿਸ਼ਵਾਸ ਨਹੀਂ। ਪਰ ਗੁਰਸਿੱਖਾਂ ਦਾ ਜੇ ਜੀਵਨ ਬਚੀਏ, ਪੜ੍ਹੀਏ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਔਰੰਗਜ਼ੇਬ ਦੀ ਕਾਰਾਗ੍ਰਹਿ ਦੇ ਵਿੱਚ ਪਹਿਲਾਂ ਗੁਰਸਿੱਖਾਂ 'ਤੇ ਜ਼ੁਲਮ ਢਾਉਣਾ ਸ਼ੁਰੂ ਕੀਤਾ। ਫਿਰ ਦੇਖ ਕੇ ਕੰਬ ਜਾਣਗੇ, ਡਰ ਜਾਣਗੇ, ਈਨ ਮੰਨ ਲੈਣਗੇ, ਆਪਣਾ ਧਰਮ ਬਦਲ ਲੈਣਗੇ। ਭਾਈ ਮਤੀ ਦਾਸ ਜੀ ਨੂੰ ਸਕੰਜੇ ਦੇ ਵਿੱਚ ਬੰਨ੍ਹ ਕੇ ਆਰਾ ਫੇਰ ਕੇ ਦੁਫਾੜ ਕਰਨ ਲੱਗੇ ਆ। ਭਾਈ ਮਤੀ ਦਾਸ ਜੀ ਨੂੰ। ਅਤੇ ਮਤੀ ਦਾਸ ਜੀ ਨੇ ਇਹ ਤਾਂ ਨਹੀਂ ਕਿਹਾ ਵੀ ਗੁਰੂ ਤੇਗ ਬਹਾਦਰ ਜੀ ਅਸੀਂ ਤੇਰੇ ਸਿੱਖ ਇਸ ਕੰਮ ਲਈ ਬਣੇ ਸੀ ਵੀ ਚੰਗਾ ਤੁਹਾਨੂੰ ਗੁਰੂ ਧਾਰਿਆ, ਤੁਸੀਂ ਸਾਨੂੰ ਆਰਿਆਂ ਨਾਲ ਚਰਾਉਣ ਲੱਗੇ ਹੋਏ ਆ। ਪਰ ਨਹੀਂ, ਪ੍ਰਭੂ ਕੀ ਆਗਿਆ ਮੀਠੀ ਲੱਗੀ ਵੀ ਹੁਕਮ ਵਿੱਚ, ਭਾਣੇ ਵਿੱਚ, ਰਜਾ ਵਿੱਚ। ਫਿਰ ਸਤੀ ਦਾਸ ਲੈ ਲਓ, ਲੋਗੜ ਬੰਨ੍ਹ ਕੇ ਜੀਂਦਿਆਂ ਨੂੰ ਅਗਨ ਭੇਟ ਕੀਤਾ। ਫਿਰ ਦਿਆਲ ਦਾਸ ਜੀ ਲੈ ਲਓ, ਆਲੂ ਮੂੰਗ ਦੇਗਚੋ ਵਾਲੇ,
ਕੋਈ ਕਿੰਤੂ ਪਰੰਤੂ ਕੀਤੀ। ਤੇ ਹੁਣ ਤਾਂ ਕਈ ਵਾਰੀ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਫਿਰ ਛੱਡ ਦਿੰਦੇ ਹਾਂ। ਵੀ ਕੀ ਗੱਲ ਅੰਮ੍ਰਿਤ ਛੱਡ ਦਿੱਤਾ? ਕਹਿੰਦੇ ਜੀ ਅੰਮ੍ਰਿਤ ਛਕ ਕੇ ਵੀ ਦੇਖ ਲਿਆ, ਕੁਝ ਵੀ ਮਿਲਿਆ ਆਪਾਂ ਨੂੰ। ਗੱਜ ਕੇ ਬੋਲੋ ਸਤਿਨਾਮ ਸ੍ਰੀ ਅਕਾਲ। ਸਾਡਾ ਵਿਸ਼ਵਾਸ ਇੰਨਾ ਪਿਆ। ਬੇਰ ਸਾਹਿਬ ਵੀ ਇੰਨੇ ਸਾਲ ਜਾਂਦੇ ਰਹੇ, ਸਾਨੂੰ ਮੁੰਡਾ ਹੀ ਨਹੀਂ ਮਿਲਿਆ, ਬਾਬੇ ਨੇ ਮੁੰਡਾ ਹੀ ਨਹੀਂ ਦਿੱਤਾ। ਸਾਡੀ ਸ਼ਰਧਾ ਜਿਹੜੀ ਇੰਨੀ ਕੁ ਹੈ। ਆਉਂਦੇ ਇਹੋ ਜਿਹੇ ਬਹੁਤ ਲੋਕ ਮਿਲਦੇ ਆ, ਬੜੇ ਜੀ ਝਾੜੂ ਫੇਰੇ, ਬੜੇ ਜੋੜੇ ਝਾੜੇ, ਬੜੇ ਭਾਂਡੇ ਮੰਜੇ। ਹਾਂਜੀ, ਵੀ ਹੁਣ ਛੱਡਣ ਨਾਲ ਕੀ ਮਿਲ ਗਿਆ? ਸਿਦਕ ਨਹੀਂ ਰਹਿ ਗਿਆ, ਭਰੋਸਾ ਨਹੀਂ ਰਹਿ ਗਿਆ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦਾ ਜੀਵਨ ਜਿਹੜੇ ਦੇਖੀਏ, ਹਾਂਜੀ, ਭਾਈ ਤਾਰੂ ਸਿੰਘ ਸਾਹਿਬ ਬੰਦੇਵਾਸ ਜਬੂਰਾਂ ਨਾਲ ਮਾਸ ਤੋੜ ਰਹੇ, ਤੱਤੇ ਸਰੀਏ ਕਰ ਨਗਾ ਰਹੇ। ਇਹ ਤਾਂ ਨਹੀਂ ਕਿਹਾ ਵੀ ਚੰਗਾ ਗੁਰੂ ਗੋਬਿੰਦ ਸਿੰਘ ਤੇਰੇ ਸਿੱਖ ਬਣੇ, ਪਰ ਉਹਨਾਂ ਸਿੱਖਾਂ ਦਾ ਅਸੀਂ ਸਿੱਖ ਆਉਂਦੇ ਹਾਂ, ਦੇਖੀਏ ਕੰਪੈਰੀਜ਼ਨ ਕਰਕੇ ਵੀ ਆਪਾਂ ਕਿੱਥੇ ਖੜ੍ਹੇ, ਉਹ ਕਿੱਥੇ ਖੜ੍ਹੇ, ਉਹ ਕਿੱਥੇ ਖਲੋਤੇ ਸੀ, ਅਸੀਂ ਕਿੱਥੇ ਖਲੋਤੇ ਹਾਂ। ਕਿਉਂਕਿ ਭਾਈ ਸੰਤੋਖ ਸਿੰਘ ਕਹਿੰਦੇ ਨਾ, ਮਤਲਬ ਦੀ ਜੋ ਪ੍ਰੀਤ ਬਹੁਤ ਦੇਰ ਨਹੀਂ ਠਹਿਰਦੀ। ਜਿਹੜੀ ਮਤਲਬ ਦੀ ਪ੍ਰੀਤੀ ਨਾ, ਉਹ ਬਹੁਤੀ ਦੇਰ ਨਹੀਂ ਰਹਿੰਦੀ। ਦੂਧ ਦੇਤ ਜਾਂ ਧੇਨ ਦੇਵਤਾ ਮਿਹਰ ਦੀ। ਇਹ ਤਾਂ ਗਾਂ ਦੁੱਧ ਦਿੰਦੀ ਹੈ, ਇਹ ਤਾਂ ਮਿਹਰ ਦਾ ਦੇਵਤਾ। ਤੇ ਜੇ ਫੰਡ ਰਿਹਾ ਇਹ ਬੁਚੜਾ ਨੂੰ ਫੜਾ ਦਿਓ। ਕਿਉਂ? ਮਤਲਬ ਹੁਣ ਪੂਰਾ ਨਹੀਂ ਨਾ ਹੋ ਰਿਹਾ। ਬੁੱਢਾ ਬੁੱਢੀ ਵੀ ਆ, ਜਿੰਨਾ ਚਿਰ ਇਹਨਾਂ ਤੋਂ ਮਿਲੀ ਜਾਂਦਾ ਇਹ ਤਾਂ ਸੇਵਾ। ਵੀ ਹੁਣ ਬੁੱਢੇ ਖੜ ਸੁੱਕ ਹੋ ਗਿਆ, ਲੱਜਣਾ ਕੁਝ ਨਹੀਂ। ਕੋਈ ਬਿਰਧ ਆਸ਼ਰਮ ਧੱਕੇ ਖਾਂਦਾ ਫਿਰਦਾ, ਕੋਈ ਡੇਰਿਆਂ ਗੁਰਦੁਆਰਿਆਂ ਧੱਕੇ ਖਾਂਦੇ ਫਿਰਦੇ, ਜੁਲਕਦੇ ਫਿਰਦੇ। ਵੀ ਹੁਣ ਬੁੱਢੇ ਨੇ ਕੀ ਦੇਣਾ? ਇਹ ਖੜ ਸੁੱਕ ਹੋ ਗਿਆ। ਉਹ ਮਾਂ ਪਿਓ ਤੋਂ ਵੀ ਮੁਨਕਰ ਹੋ ਜਾਂਦੇ ਸੇਵਾ ਤੋਂ, ਤੇ ਗੁਰੂ ਤੋਂ ਵੀ ਹੋ ਜਾਂਦੇ। ਇਸ ਤਰ੍ਹਾਂ ਦੀ ਹਾਲਤ ਅੱਜ ਸਮਾਜ ਵਿੱਚ ਦੇਖਣ ਨੂੰ ਮਿਲਦੀ ਹੈ। ਔਰ ਗੁਰਸਿੱਖਾਂ ਦਾ ਜਿਹੜਾ ਜੀਵਨ ਉਹ ਬੜਾ ਅਲੌਕਿਕ ਹੈ। ਗੁਰ ਪਾਰ ਬ੍ਰਹਮ ਇੱਕ ਹੀ ਜਾਣੇ। ਤੇ ਗੁਰੂ ਔਰ ਪਾਰ ਬ੍ਰਹਮ ਨੂੰ ਇੱਕ ਕਰਕੇ ਜਾਣੇ। ਜਿਹੜਾ ਗੁਰੂ ਆ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਨਿਰੰਕਾਰ ਨਿਰਗੁਣ ਆ, ਗੁਰੂ ਦਾ ਸਰਗੁਣ ਸਰੂਪ ਹੈ। ਕਿਉਂਕਿ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਉਹ ਅਵਿਨਾਸ਼ੀ ਪੁਰਖ ਹੈ, ਨਾ ਆਵੇ ਨਾ ਜਾਏ। ਇਸ ਕਰਕੇ ਗੁਰੂ ਔਰ ਪਰਮੇਸ਼ਰ ਨੂੰ ਇੱਕ ਕਰਕੇ ਜਾਣਨਾ ਕਰੇ। ਜੋ ਜੋ ਕੀਨੋ ਹਮ ਤਿਸ ਕੇ ਦਾਸ। ਹਾਂ, ਕਿਉਂਕਿ ਜੋ ਜੋ ਵੀ ਦਿੱਤਾ ਇਹ ਮਨੁੱਖ ਦੇ ਮਿਲੀ ਹੈ। ਨੇਤਰ ਮਿਲੇ ਹੈ, ਕੰਨ ਸੁਣਨ ਨੂੰ ਦਿੱਤੇ ਹੈ, ਰਸਨਾ ਬੋਲਣ ਵਾਸਤੇ, ਪੈਰ ਚੱਲਣ ਲਈ, ਹੱਥ ਪਕੜਨ ਵਾਸਤੇ, ਬੁੱਧੀ ਦਿੱਤੀ ਵਿਚਾਰ ਵਾਸਤੇ, ਗੁਰਬਾਣੀ ਦਿੱਤੀ ਹੈ, ਗੁਰੂ ਕੇ ਨਿਸ਼ਾਨ ਧਾਮ, ਸੇਵਾ ਸਿਮਰਨ ਦੀਆਂ ਦਾਤਾਂ, 5 ਕਕਾਰਾਂ ਦੀ, ਰਹਿਤ ਮਰਜ਼ਾਦਾ, ਨਿਤਨੇਮ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪੀ ਦਾਤ, ਇਹ ਸਵਾਸ ਜੋ ਕੁਝ ਵੀ ਹੈ ਉਹਨੇ ਦਿੱਤਾ ਹੈ। ਤੇ ਅਸੀਂ ਉਹਦੇ ਦਾਸ। ਬੰਦਾ ਬੰਦੇ ਨੂੰ ਕੁਝ ਦਿੰਦਾ ਤੂੰ ਉਹਦੀਆਂ ਚੱਪਲਾਂ ਝਾੜਦੇ ਆ, ਮਗਰ ਮਗਰ ਪੂਛ ਲਾਉਂਦੇ ਫਿਰਨਗੇ ਇਹ ਸਾਡਾ ਸਾਹਿਬ ਆ। ਤੇ ਜਿਸ ਪਰਮੇਸ਼ਰ ਨੇ ਸਾਰਾ ਕੁਝ ਦਿੱਤਾ ਉਹਦਾ ਚੇਤਾ ਹੀ ਨਹੀਂ। ਕਈ ਤਾਂ ਐਸੇ ਨਾਸਤਕ ਹੈ, ਕਹਿੰਦੇ ਰੱਬ ਹੈ ਹੀ ਨਹੀਂ। ਉਹ ਰੱਬ ਤੋਂ ਹੀ ਮੁਨਕਰ ਹੋਏ ਬੈਠੇ, ਪਰਮੇਸ਼ਰ ਤੋਂ ਮੁਨਕਰ ਹੋਏ ਬੈਠੇ, ਨਾਸਤਕ ਹੋਏ ਬੈਠੇ। ਪਰ ਜਿਹੜੇ ਗੁਰਮੁਖ ਉਹ ਫਿਰ ਜਿਸ ਨੇ ਦਾਤ ਬਖਸ਼ੀ ਭੁਲਾਉਂਦੇ ਨੇ। ਉਹ ਕਹਿੰਦੇ ਜਿਨ ਸਾਰੀਆਂ ਦਾਤਾਂ ਦਿੱਤੀਆਂ ਅਸੀਂ ਤਾਂ ਉਹਦੇ ਦਾਸ ਹਾਂ। ਪ੍ਰਭ ਮੇਰੇ ਕੋ ਸਗਲ ਨਿਵਾਸ।
ਮੇਰਾ ਜਿਹੜਾ ਪ੍ਰਭੂ ਪਰਮਾਤਮਾ ਨਿਰੰਕਾਰ ਹੈ, ਉਹਦਾ ਨਿਵਾਸ ਘਟ ਘਟ ਮੈਂ ਹਰਜੂ ਵਸੈ। ਘਟਾਂ ਘਟਾਂ 'ਚ ਹਰਜੂ ਰਹਿ ਰਿਹਾ। ਦੱਸਿਆ ਕਹਿੰਦੇ ਆ ਸੰਤਨ ਕਹਿਓ ਪੁਕਾਰ, ਸੰਤ ਮਹਾਂਪੁਰਸ਼ਾਂ ਨੇ ਪੁਕਾਰ ਕੇ ਦੱਸਿਆ ਵੀ ਹੈ ਰੱਬ ਵੀ। ਨਾਸਤੰਗਾ ਤਾਂ ਕਹਿਤਾ ਨਾ ਹੈ ਨਹੀਂ, ਪਰ ਜਿਹੜੇ ਬੰਦਗੀ ਵਾਲੇ ਸੀ ਜਿਹਨੇ ਦੇਖਿਆ ਉਹ ਨਹੀਂ ਕਹਿ ਹੈਗਾ, ਡਮਕੇ ਦੀ ਚੋਟ ਨਾ ਕਹਿ ਵੀ ਹੈਗਾ। ਸੰਤਨ ਕਹਿਓ ਪੁਕਾਰ, ਮਹਾਂਪੁਰਖਾਂ ਨੇ ਗੱਲ ਪੁਕਾਰ ਕੇ ਲਲਕਾਰ ਕੇ ਉੱਚੀ ਸੁਰ 'ਚ ਕਹੀ। ਉਹਨਾਂ ਨੂੰ ਕਲੇਸ਼ ਵੀ ਬੜਾ ਆਇਆ। ਹੁਣ ਮਨਸੂਰ ਅਨਲ ਹੱਕ ਕਰਦਾ ਸੀ, ਸੂਲੀ ਟੰਗਿਆ, ਸ਼ਮਸ ਤਬਰੇਜ਼ ਕਹਿੰਦਾ ਸੀ, ਉਹਦੀ ਪੁੱਠੀ ਖਾਲਾ ਉਤਾਰ ਦਿੱਤੀ। ਇਹ ਤਾਂ ਨਹੀਂ ਵੀ ਆਪਣੇ ਹੀ ਆ, ਘੱਟ ਦੁਆ ਨੇ ਵੀ ਨਹੀਂ ਕੀਤੀ। ਜਿਹੜੇ ਉਹ ਮਹਾਂਪੁਰਖ ਸੀਗੇ, ਈਸਾ ਜੀ ਨੂੰ ਦੇਖ ਲਓ ਸਲੀਬ ਦੇ ਉੱਤੇ ਕਿੱਲ ਠੋਕ ਕੇ ਸ਼ਹੀਦ ਕੀਤਾ। ਅਤੇ ਇਸ ਵਾਸਤੇ ਜਿਨ੍ਹਾਂ ਲੋਕਾਂ ਨੇ ਰੱਬ ਦੀ ਗੱਲ ਕੀਤੀ, ਜਿਹੜੇ ਸ਼ਰਈ ਲੋਕ ਸੀ, ਉਹਨਾਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਦੁਰਵਿਵਹਾਰ ਕੀਤੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਤੀਆਂ ਤਵੀਆਂ 'ਤੇ ਬਿਠਾਏ, ਨੌਵੇਂ ਪਾਤਸ਼ਾਹ ਦੀਆਂ ਸ਼ਹੀਦੀਆਂ, ਅਨੰਦਪੁਰ ਸਾਹਿਬ ਘੇਰੇ ਪਾਏ। ਕਿੰਨਾ ਸਮਾਂ ਕਿਸ ਤਰ੍ਹਾਂ ਦਾ ਬਿਕਟ, ਸਾਰਾ ਇਤਿਹਾਸ ਗਵਾਹ ਹੈ। ਪਰ ਉਹਨਾਂ ਨੇ ਨੌਵੇਂ ਪਾਤਸ਼ਾਹ ਨੇ ਔਰੰਗਜ਼ੇਬ ਦੀ ਜੇਲ੍ਹ 'ਚ ਬਹਿ ਕੇ ਵੀ ਇਹ ਗੱਲ ਕਹੀ ਨਾ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜਰੇ, ਮਾਇਆ ਕੋ ਸੰਗ ਤਿਆਗ, ਪ੍ਰਭੂ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜੇ। ਰੰਗਿਆ ਆ ਜਿਹੜਾ ਠਾਠਾ ਵਾਗਾ 4 ਦਿਨ ਬਣਾਈ ਫਿਰਦਾ ਨਾ, ਇਹ ਤਾਂ ਸਾਰਾ ਝੂਠਾ ਹੀ ਹੈ। ਅਤੇ ਸੱਤਵੇਂ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਸੀ ਕਿ ਸੁਣਿਆ ਤੁਸੀਂ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ, ਅਤੇ ਨਾਲੇ ਤੁਸੀਂ ਬਚਨ ਕੀਤਾ ਕਿ ਤੈਨੂੰ ਅਟੱਲ ਪਾਤਸ਼ਾਹੀ ਦਿੱਤੀ। ਅਸੀਂ ਦਾਰਾ ਸ਼ਿਕੋਹ ਨੂੰ ਪਕੜ ਕੇ ਮਾਰ ਦਿੱਤਾ, ਅਤੇ ਤੁਹਾਡਾ ਬਚਨ ਕਿੱਥੇ ਹੈ? ਹੁਣ ਮੈਂ ਦਿੱਲੀ ਦਾ ਸਮਰਾਟ ਹਾਂ, ਮੈਨੂੰ ਆ ਕੇ ਮਿਲੋ। ਮਹਾਰਾਜ ਕਹਿੰਦੇ ਸਾਨੂੰ ਕੀ ਗਰਜ ਹੈ ਤੈਨੂੰ ਮਿਲਣ ਦੀ, ਤੂੰ ਸਾਡਾ ਸ਼ੇਸ਼ਨੀ ਜਿਹੜਾ ਪ੍ਰੇਮ ਨਾਲ ਸੱਦਿਆ ਮੈਂ, ਅਸੀਂ ਤੇਰੀ ਪਰਜਾ 'ਚ ਨਹੀਂ, ਅਸੀਂ ਸੁਤੰਤਰ ਹਾਂ। ਤੇਰੀ ਕੀ ਧੌਣ ਸਿਆਪਿਆ, ਅਸੀਂ ਤੇਰੇ ਹੁਕਮ 'ਚ ਆਈਏ। ਔਰ ਫਿਰ ਕਿਹਾ ਵੀ ਇਉਂ ਕਰੀਏ ਵੀ ਆਪਾਂ ਮੂੰਹੋਂ ਠਗੜੀਆਂ ਗੱਲਾਂ ਕਰਕੇ ਨਾ, ਮੌਲਵੀਆਂ ਕਾਜ਼ੀਆਂ ਨਾਲ ਸਲਾਹ ਕੀਤੀ। ਪਹਿਲਾਂ ਕੋਈ ਸਿਫਤ ਦੀ ਗੱਲ ਚਿੱਠੀ 'ਚ ਲਿਖ ਕੇ ਇੱਕ ਵਾਰੀ ਦਿੱਲੀ ਸੱਦ ਲਈਏ, ਜਿਲੇ ਇੱਥੇ ਆ ਜਾਣਗੇ ਫਿਰ ਆਪਾਂ ਮਨਮਰਜ਼ੀ ਕਰ ਲਾਂਗੇ। ਫਿਰ ਮਹਾਰਾਜ ਨੇ ਬੇਦੀ ਤਰੇਣ ਭੱਲੇ ਸੋਢੀ ਇਕੱਠੇ ਕਰ ਲਿਆ। ਗੁਰਸਿੱਖ ਕਿਹੜਾ ਜਾਊਗਾ? ਕਹਿੰਦੇ ਮਹਾਰਾਜ ਉੱਥੇ ਤਾਂ ਮੌਤ ਹੀ, ਸਰਮੱਦ ਨਹੀਂ ਬਖਸ਼ਿਆ, ਬੇਨਵਾ ਫਕੀਰ ਨਹੀਂ ਬਖਸ਼ੇ, ਔਖਾ ਹੈ ਤਾਂ ਆਪੇ ਹੀ ਸਮਰੱਥ ਹੈ। ਅਤੇ ਮਹਾਰਾਜ ਨੇ ਕਿਹਾ ਵੀ ਕਿਸੇ ਦੇ ਮਨ 'ਚ ਗੁਰਮਾਨ ਨਾ ਰਹਿ ਜਾ। ਫਿਰ ਰਾਮ ਰਾਜ ਜੀ ਕੁਦਰਤੀ ਆ ਗਏ, ਉਹਨਾਂ ਨੂੰ ਹੁਕਮ ਲਾ ਦਿੱਤਾ ਵੀ ਤੈਨੂੰ ਬਖਸ਼ਾਂ ਸਾਰੀਆਂ ਦੇ ਦਿੰਦੇ ਹਾਂ, ਪਰ ਉਹਨਾਂ ਦੀ ਝੇਪ ਵਿੱਚ ਗੱਲ ਨਹੀਂ ਕਰਨੀ। ਗੁਰੂ ਘਰ ਨੂੰ ਨੀਵਾਂ ਨਹੀਂ ਦਿਖਾ ਲੈਣਾ, ਬਰਕਤ ਸਾਰੀ ਦੇ ਦਿੰਦੇ ਹਾਂ। ਅਤੇ ਮਹਾਰਾਜ ਨੇ ਫਿਰ ਚਿੱਠੀ ਲਿਖੀ ਵੀ ਅਸੀਂ ਦਾਰੇ ਨੂੰ ਸੱਚੀ ਅਟੱਲ ਬਾਦਸ਼ਾਹੀ ਦੇ ਦਿੱਤੀ ਹੈ ਪਰਲੋਕ ਦੀ। ਕਹਿੰਦੇ ਜੇ ਤੂੰ ਦੇਖਣਾ ਨਾ ਅਤੇ ਰਾਤ ਨੂੰ ਦਾਰੇ ਨੂੰ ਚੇਤਾ ਕਰਦਾ ਸੌ ਜਾਈਂ, ਤੈਨੂੰ ਸੁਪਨੇ 'ਚ ਸਾਰਾ ਕੁਝ ਨਜ਼ਰ ਆ ਜਾਊਗਾ ਜਿਹੜਾ ਵੀ ਸੀਨ ਆ। ਅੱਛਾ, ਜਿੱਥੇ ਬੈਰ ਹੋਵੇ ਵੈਸੇ ਹੀ ਬੰਦਾ ਮੂਹਰੇ ਆਉਂਦਾ, ਜਾਂ ਪ੍ਰੇਮ ਹੋਵੇ ਉਹ ਆਉਂਦਾ ਹੁੰਦਾ, ਜਾਂ ਬੈਰ ਹੋਵੇ ਉਹ ਮੂਹਰੇ ਆਊਗਾ। ਉਹ ਦਾਰੇ ਨੂੰ ਕਲਪਦਾ ਪੈ ਗਿਆ, ਨੀਂਦ ਆ ਗਈ। ਅੱਗੇ ਦੇਖਿਆ ਸੁਨਹਿਰੀ ਮੰਦਰ ਹੀਰੇ ਜੜ ਸਗਾਸਣ, ਉੱਥੇ ਦਾਰਾ ਬੈਠਾ ਅਤੇ ਚੌਰ ਝੁੱਲ ਰਹੇ ਆ।
ਤੇ ਔਰੰਗਜ਼ੇਬ ਦੇ ਸਿਰ ਦੇ ਉੱਤੇ ਬਿਸ਼ਟੇ ਦਾ ਟੋਕਰਾ ਭੰਗੀ ਆ, ਉਹ ਲਈ ਜਾਂਦਾ ਤੇ ਮੀਂਹ ਪੈ ਕੇ ਉਹ ਸਾਰਾ ਗੰਦ ਘੁਲ ਘੁਲ ਕੇ ਉਹਦੇ ਉੱਤੇ ਪੈ ਰਿਹਾ। ਉੱਧਰ ਜਿਹੜੇ ਸੇਵਾਦਾਰ ਸੀ ਆ ਗਏ, ਡਾਂਗਾ ਮਾਰ ਕੇ ਕੁੱਟਦੇ, ਤੈਨੂੰ ਦੀਦਾ ਨਹੀਂ, ਤੂੰ ਗੰਦਾ ਟੋਕਰਾ ਇੱਧਰ ਚੁੱਕੀ ਹੋਣਾ, ਭੱਜ ਇੱਥੋਂ। ਉਹ ਡਿੱਗ ਪਿਆ, ਲਿਬੜ ਗਿਆ ਤੇ ਸੁਪਨਾ ਖੁੱਲ੍ਹ ਗਿਆ। ਕਹਿੰਦਾ ਪੀਰ ਜੀ ਨੇ ਕੋਈ ਸ਼ੇਰ ਕਰਕੇ ਮੇਰੇ ਨਾਲ ਇਉਂ ਕੀਤਾ, ਮੈਂ ਤਾਂ ਬਾਦਸ਼ਾਹ, ਉਵੇਂ ਹਾਲੇ ਨਹੀਂ ਗਈ ਤੇ ਦਿਖਾਲਤਾ ਵੀ ਦੇ ਅੱਲਾਦਾਰਾ, ਤੂੰ ਕਹਿੰਦਾ ਹੈ ਨਹੀਂ, ਮੈਂ ਕਤਲ ਕਰਤਾ। ਉਹਨੂੰ ਅਟਲ ਬਾਦਸ਼ਾਹੀ ਮਿਲੀ ਹੋਈ ਹੈ। ਅਸੀਂ ਕਹਿੰਦੇ ਸੀ ਤੈਨੂੰ ਆ ਰਾਜ ਦੇ ਦਈਏ, ਤੇਰੀ ਮਦਦ ਕਰੀਏ। ਉਹਨੇ ਕਿਹਾ ਨਹੀਂ ਮਹਾਰਾਜ, ਆ ਝੂਠੇ ਰਾਜ ਵਾਸਤੇ ਇੰਨੇ ਪੁਆੜੇ ਹੋ ਰਹੇ, ਮੈਨੂੰ ਸੱਚਾ ਰਾਜ ਦਿਓ। ਅਸੀਂ ਤਾਂ ਕਹਿੰਦੇ ਦਿੰਦੇ ਸੀ, ਉਹਨੇ ਲਿਆ ਨਹੀਂ। ਤੇ ਤੂੰ ਰਾਜ ਲੈ ਕੇ ਕੀ ਕੀਤਾ? ਪੇ ਦੇ ਨਾਲ, ਭਰਾਵਾਂ ਦੇ ਨਾਲ, ਧੋਖੇ ਦੇ ਨਾਲ, ਫਕੀਰਾਂ ਦੇ ਨਾਲ ਥਾਂ ਥਾਂ ਪੰਗੇ ਲੈਣ ਡਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ, ਉਹਨਾਂ ਦੀ ਅਵਸਥਾ ਅਲੌਕਿਕ ਆ, ਅਤੇ ਮਨਮੁਖ ਜਿਹੜੇ ਉਹ ਜਿਵੇਂ ਰੱਸੀ ਸੜ ਜਾਂਦੀ, ਬਾਟਾ ਨਹੀਂ ਨਾ ਜਾਂਦਾ। ਮਨਮੁਖਾਂ ਦੀ ਹਾਲਤ ਇਹ ਫੇ ਵੀ ਹੈਂਕੜ ਨਹੀਂ ਛੱਡਣਗੇ। ਪਾਤਸ਼ਾਹ ਜੀ ਸਮਝਾਉਂਦੇ ਹਨ, ਨਾ ਕੋ ਦੂਤ ਨਹੀਂ ਬਹਿਰਾਈ। ਜਿਹੜੇ ਉਸ ਮੰਜ਼ਿਲ ਤੇ ਪਹੁੰਚ ਗਏ, ਉਹਨਾਂ ਦਾ ਨਾ ਕੋਈ ਦੂਤ ਉਹਨਾਂ ਦੀ ਚੁਗਲੀ ਕਰਨ ਵਾਲਾ, ਨਾ ਕੋਈ ਉਹਨਾਂ ਨਾਲ ਬੈਰ ਕਰਨ ਵਾਲਾ। ਉਹ ਸਾਰਿਆਂ ਦੇ ਸਾਂਝੇ, ਸਰਵ ਸ਼੍ਰੋਮਣੀ, ਸਭ ਦੇ ਪੂਜਨੀਕ ਬਣ ਜਾਂਦੇ ਹਨ। ਗਾਲ ਮੇਲ ਚਾਲੇ ਇੱਕ ਭਾਈ। ਉਹ ਭਰਾਵਾਂ ਵਾਂਗੂ ਰਲ ਮਿਲ ਕੇ ਚੱਲਦੇ ਆ। ਹਾਂਜੀ, ਕਿਸੇ ਨਾਲ ਬੈਰ ਨਹੀਂ, ਵਿਰੋਧ ਨਹੀਂ। ਜੇ ਕੋਈ ਬੈਰ ਵਿਰੋਧ ਕਰਦਾ, ਉਹ ਤੌੜੀ ਉਬਲਦੀ ਆਪਣੇ ਕੰਢੇ ਲੂੰਹਦੀ ਆ, ਉਹਨਾਂ ਦਾ ਕੀ ਵਿਗੜਦਾ? ਤੌੜੀ ਉਬਲਦੀ ਹੁੰਦੀ ਨਾ, ਉਹਦੇ ਕੰਢੇ ਆਪਣੇ ਹੀ ਸੜਦੇ ਆ। ਜੇ ਕੋਈ ਸੰਤਾਂ ਭਗਤਾਂ ਬੰਦਗੀ ਵਾਲਿਆਂ ਨਾਲ ਬੈਰ ਈਰਖਾ ਨਿੰਦਿਆ ਕਰਦਾ ਨਾ, ਉਹ ਆਪਣੀ ਅੱਗ ਨਾਲ ਅੰਦਰ ਆਪੇ ਹੀ ਰਿੱਝ ਰਿਹਾ। ਈਰਖਾ ਦੀ ਅੱਗ, ਉਹਨੂੰ ਸਾੜਨ ਦੀ ਲੋੜ ਨਹੀਂ। ਉਹਦੀ ਈਰਖਾ ਦੀ ਅੱਗ ਉਹਨੂੰ ਸਾੜੀ ਜਾਂਦੀ, ਸੁਆਹ ਕਰੀ ਜਾਂਦੀ, ਖਤਮ ਕਰ ਦਿੰਦੀ ਆ। ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਇੱਕ ਹੈ ਭਾਏ, ਇੱਕ ਭਰਾਵਾਂ ਵਾਂਗੂ, ਇੱਕ ਪਰਮਾਤਮਾ ਦੀ ਪ੍ਰੀਤੀ ਧਾਰ ਕੇ ਸੰਸਾਰ ਤੇ ਵਿਚਰਦੇ ਹਨ। ਜਾ ਕਉ ਗੁਰ ਹਰਿ ਦੀਏ ਸੁਖਾ। ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਸੁੱਖ ਦਿੱਤੇ ਹਨ। ਕਈ ਲੋਕ ਦੇਖ ਕੇ ਸੜਦੇ, ਸੰਤ ਬੜੀ ਮੌਜ ਲੈਂਦੇ, ਵੀ ਆ ਜਾਓ ਤੁਸੀਂ ਮੌਜ ਲੈ ਲਓ, ਮੌਜ ਲੈ ਲਓ। ਮੌਜ ਤੁਹਾਨੂੰ ਰੋਕਿਆ ਤਾਂ ਨਹੀਂ, ਮੌਜ ਨਾ ਲਓ, ਲਓ ਮੌਜ। ਜੇ ਸ਼ਰਾਬਾਂ ਡੱਫਣੀਆਂ, ਚਿੱਟੇ ਧੂਏ ਲੈਣੇ ਆ, ਸਾਰਾ ਕੁਝ ਫੂਕ ਲੈਣਾ, ਤੁਹਾਨੂੰ ਮੌਜ ਕਿੱਥੋਂ ਮਿਲੂਗੀ? ਮੌਜ ਲੈਣ ਵਾਸਤੇ ਬੁਰਾਈ ਛੱਡਣੀ ਪੈਣੀ, ਕੁਕਰਮ ਛੱਡਣੇ ਪੈਣੇ ਆ, ਕਿਸੇ ਮਹਾਂਪੁਰਖ ਦੀ ਮਾਰ ਖਾਣੀ ਪੈਣੀ ਆ। ਮੌਜ ਮੁਕਤ ਨਹੀਂ ਮਿਲਦੀ। ਮੌਜ ਲੈਣ ਵਾਸਤੇ ਬੜੀ ਕਮਾਈ ਕਰਨੀ ਪੈਂਦੀ ਹੈ। ਮੌਜ ਐਵੇਂ ਨਹੀਂ ਮਿਲਦੀ। ਕਹਿੰਦੇ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਝੰਗੇ ਨੇ। ਧਰਤੀ ਪੁੱਟ ਕੇ ਖੁੱਡਾਂ ਪੱਟਦਾ ਪੱਟਦਾ ਤਾਂ ਚੂਹਾ ਮਰ ਗਿਆ, ਤੇ ਸੱਪ ਖੁੱਡ 'ਚ ਵੜ ਗਿਆ, ਉਹ ਮੌਜ ਲੈ ਰਿਹਾ। ਛਿਣਕ ਛਿਣ ਕੇ ਮਾਲੀ ਮਰ ਗਿਆ, ਮੌਜ ਲਈ ਭਵਰੰਗੇ ਨੇ। ਮਾਲੀ ਜਿਹੜਾ ਪਾਣੀ ਛਿੜਕਦਾ ਫੁੱਲਾਂ ਦੇ ਮਰ ਗਿਆ, ਮੌਜ ਤਾਂ ਭੌਰੇ ਨੇ ਲਈ ਜਿਹੜਾ ਸੁਗੰਧੀ ਲੈਂਦਾ। ਸੰਚ ਸੰਚ ਕੇ ਕਿਰਪਨ ਮਰ ਗਿਆ, ਮੌਜ ਲਈ ਵਰਤੰਗੇ ਨੇ। ਸੂਮ ਆਦਮੀ ਮਾਇਆ ਜੋੜ ਜੋੜ ਕੇ ਮਰ ਗਿਆ, ਤੇ ਜਿਹਨੂੰ ਮਾਇਆ ਨੂੰ ਵਰਤਿਆ, ਪੁੰਨ ਕਰਮ ਚਲਾਇਆ, ਉਹ ਮੌਜ ਲੈਂਦਾ। ਉਲਝ ਉਲਝ ਕੇ ਦੁਨੀਆ ਮਰ ਗਈ, ਮੌਜ ਲਈ ਸਤ ਸੰਗੇ ਨੇ। ਇਹ ਸਾਰਾ ਸੰਸਾਰ ਉਲਝ ਉਲਝ ਕੇ ਬੈਰ ਵਿਰੋਧਾਂ, ਈਰਖਾ 'ਚ ਮਰ ਰਿਹਾ, ਖਪ ਰਿਹਾ। ਜਿਹੜਾ ਸੰਗਤ ਕਰਦਾ, ਉਹਨੂੰ ਮੌਜ ਲੈ ਲਈ। ਸਤਸੰਗੀ ਮੌਜ ਲੈਂਦਾ ਹੈ, ਜਿਹੜਾ ਨਾਮ ਬਾਣੀ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਪਾਤਸ਼ਾਹ ਦੱਸਦੇ ਹਨ, ਤਾ ਕਉ ਬਹੁਰ ਨਾ ਲਾਗੈ ਦੁਖਾ। ਜਿਹੜਾ ਉਸ ਮੰਜ਼ਿਲ ਤੇ ਪਹੁੰਚ ਗਿਆ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ। ਉਹ ਆਪਣੇ ਆਨੰਦ ਸਰੂਪ ਵਿੱਚ ਵਿਚਰਦਾ ਹੈ।
ਆਪੇ ਆਪ ਸਰਬ ਪ੍ਰਤਪਾਲ। ਉਹ ਪਰਮੇਸ਼ਰ ਉਹਨਾਂ ਪਿਆਰਿਆਂ ਦੀ ਸਾਰੀ ਤਰ੍ਹਾਂ ਆਪੇ ਹੀ ਪ੍ਰਤਪਾਲਣਾ ਕਰਦਾ ਹੈ। ਜਿਵੇਂ ਗੋਦੀ ਦਾ ਬੱਚਾ ਨਾ, ਉਹਨੂੰ ਕੋਈ ਫਿਕਰ ਹੈ ਉਹਦੇ ਖਾਣ ਪੀਣ ਪਹਿਨਣ ਦਾ, ਦਵਾਈ ਬੂਟੀ, ਦੁੱਖ ਸੁੱਖ ਦਾ, ਗਰਮੀ ਸਰਦੀ ਦਾ ਫਿਕਰ ਮਾਂ ਨੂੰ ਹੈ ਨਾ, ਬੱਚੇ ਨੂੰ ਹੈ ਕੋਈ ਫਿਕਰ? ਕਿਉਂਕਿ ਬੱਚੇ ਦੇ ਅੰਦਰ ਆਪਣੀ ਹੋਂਦ ਹੈ ਨਹੀਂ। ਇਸ ਤਰ੍ਹਾਂ ਜਿਹੜਾ ਆਪਣੀ ਹੋਂਦ ਗਵਾ ਦਿੰਦਾ ਨਾ, ਉਹਦੀ ਸੇਵਾ ਪ੍ਰਮਾਤਮਾ ਆਪ ਕਰਦਾ। ਖੁਦ ਬਾਬਾ ਖੁਦਾਲ ਸਿੰਘ ਜੀ ਮਹਾਰਾਜ ਲਾਹੌਰ ਵਿੱਚ 8 ਦਿਨ ਕੋਈ ਭੋਜਨ ਨਾ ਆਇਆ, ਅਤੇ ਪੰਡਿਤ ਸ਼ੇਰ ਸਿੰਘ ਕਹਿੰਦੇ ਵੀ ਅਸੀਂ ਤਾਂ ਕਈ ਵਾਰੀ ਬਚਨ ਨਹੀਂ ਸੀ ਮਨ ਹੁੰਦਾ, ਅਤੇ ਮੇਰੀ ਜਿਹੜੀ ਨਾਨੀ ਸੀ ਉਹ ਬਹੁਤ ਸੇਵਾ ਕਰਦੀ ਸੀ। ਉਹਦੀ ਸੇਵਾ ਕਰਕੇ ਬਾਬਾ ਜੀ ਸਾਡੇ 'ਤੇ ਵੀ ਬੜੀ ਕਿਰਪਾ ਕਰਦੇ ਸੀ। ਕਹਿੰਦੇ ਕਿ 8ਵੇਂ ਦਿਨ 12 ਵਜੇ ਇੱਕ ਮਹਾਂਪੁਰਖ ਭੋਜਨ ਦਾ ਥਾਲ ਲੈ ਕੇ ਆਇਆ, ਅਤੇ ਰੋਜ਼ 12 ਵਜੇ ਹੀ ਆਉਣਾ। ਕਹਿੰਦੇ ਇੱਕ ਦਿਨ ਮੈਂ ਮੰਜੇ ਦੀ ਬਾਂਹ ਹੀ ਫੜ ਕੇ ਚਲੇ ਗਿਆ ਵੀ ਮਹਾਰਾਜ ਇਸ ਵੇਲੇ ਕੌਣ ਆਉਂਦਾ, ਸਾਰੀ ਦੁਨੀਆ ਤਾਂ ਸੁੱਤੀ ਪਈ ਹੁੰਦੀ ਹੈ। ਹੱਸਦੇ ਰਹੇ, ਕਹਿੰਦੇ ਮਹਾਰਾਜ ਕਿਰਪਾ ਕਰ ਦਿਓ। ਕਹਿੰਦੇ ਆਉਣਾ ਕਿਹਨੇ? ਇਹ ਮੇਰਾ ਚੇਲਾ ਵਿਸ਼ਨੂੰ ਸੀ। ਭਗਵਾਨ ਨੂੰ ਕਹਿੰਦੇ ਮੇਰਾ ਚੇਲਾ ਵਿਸ਼ਨੂੰ ਸੀ, ਇਹ ਭਗਵਾਨ ਵਿਸ਼ਨੂੰ ਆਪ ਲੈ ਕੇ ਆਉਂਦੇ। ਹਲੋ, ਕਹਿੰਦੇ ਹੋਰ ਕਿਹਨੇ ਆਉਣਾ, ਸਾਡਾ ਚੇਲਾ ਵਿਸ਼ਨੂੰ ਸੀ। ਭਗਵਾਨ ਵੀ ਦੇਖ ਲਓ ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਜਾਂਦੇ ਹਨ, ਜਿਨ੍ਹਾਂ ਨੇ ਬੰਦਗੀਆਂ ਕਰਕੇ ਉਸ ਮੰਜ਼ਿਲ ਨੂੰ ਪ੍ਰਾਪਤ ਕੀਤਾ। ਜਸਵੰਤ ਸਿੰਘ ਤੂੰ ਆਪਣੇ ਆਪ ਨੂੰ ਖੁਦ ਖੁਦਾ ਕਹਾਇਆ, ਐਸੇ ਮਹਾਂਪੁਰਖ ਹੁੰਦੇ ਹਨ। ਨਾਨਕ ਰਤ ਰੰਗ ਗੋਪਾਲ। ਉਹ ਜਿਹੜੇ ਗੁਰਮੁਖ ਗੋਪਾਲ ਦੇ ਰੰਗ ਵਿੱਚ ਰੰਗੇ ਰਹਿੰਦੇ। ਹੁਣ ਆਪਾਂ ਆਪਣੇ ਮਨਾਂ ਨੂੰ ਝਾਤ ਮਾਰੀਏ ਕਿਹੜੇ ਕਿਹੜੇ ਰੰਗਾਂ 'ਚ ਰੰਗੇ ਹੋਏ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਚੋਲਾ ਨਹੀਂ ਪਾਉਂਦੇ। ਉਹਨਾਂ ਨੇ ਆਪਣੇ ਆਪ ਨੂੰ ਉਸ ਪਿਆਰ ਦੇ, ਨਿਰੰਕਾਰ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਆਪੇ ਆਪ ਸਰਬ ਪ੍ਰਤਪਾਲ। ਉਹ ਪਰਮੇਸ਼ਰ ਆਪੇ ਆਪ ਸਾਰੀ ਤਰ੍ਹਾਂ ਹੀ ਹਰ ਪੱਖ ਵਿੱਚ ਉਹਨਾਂ ਬੰਦਗੀ ਵਾਲਿਆਂ ਦੀ ਪ੍ਰਤਪਾਲਣਾ ਕਰਦਾ। ਸਿੱਧਾਂ ਨੇ ਕਿਹਾ ਸੀ ਤੁਸੀਂ ਕਈ ਜਣੇ ਨਾਮ ਜਪੋ, ਨਾਮ ਜਪੋ, ਹੱਥ ਪੈਰ ਨਹੀਂ ਹਿਲਾਵਾਂਗੇ ਕਿਵੇਂ ਰੋਟੀ ਮਿਲੇਗੀ? ਮਹਾਰਾਜ ਕਹਿੰਦੇ ਮਾਂ ਦੇ ਪੇਟ 'ਚ ਤੁਸੀਂ ਕੀ ਕਰਦੇ ਸੀ? ਬਾਤ ਕਰ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖ ਨਾ ਹਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਭਜਨ ਕਰੋਗੇ ਨਾ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਵਿੱਚ ਜੀਓ, ਧਰਤੀ ਸ਼ੱਕਰ ਬਣਾ ਦੂ, ਅੱਜ ਇਹਨੇ ਸੋਮੇ ਘਿਓ ਦੇ ਬਣਾ ਦੂਗਾ। ਜਿੰਨੀ ਬਨਾਸਪਤੀ ਇਹਨਾਂ ਨੂੰ ਫਲ ਤੇ ਮੇਵੇ ਲਾ ਦੇਗਾ, ਖੁਸ਼ੀ ਕਰੇ ਵਿੱਚ ਜੀਓ, ਬੈਠਾ ਖੁਸ਼ੀਆਂ ਕਰੀ ਜੇ। ਬੰਦਗੀ ਕਰਨ ਵਾਲਾ ਤਾਂ ਬਣ, ਬੰਦਗੀ ਕਰੇਗਾ ਸਾਰੇ ਪਦਾਰਥ ਪਿਆਰਿਆਂ ਵਾਸਤੇ ਆਪਣੇ ਆਪ ਹਾਜ਼ਰ ਕਰ ਦਿੰਦਾ ਹੈ। ਨਾਨਕ ਰਤ ਰੰਗ ਗੋਪਾਲ। ਉਹ ਜਿਹੜੇ ਗੁਰਮੁਖ ਪਿਆਰੇ, ਗੋ ਪਿਰਥਵੀ ਦਾ ਪਾਲ ਪਾਲਕ ਜੋ ਪਰਮੇਸ਼ਰ, ਉਹਦੇ ਰੰਗ ਵਿੱਚ ਰਤੇ ਰਹਿੰਦੇ ਹਨ। ਕਿਸੇ ਪ੍ਰਕਾਰ ਦੀ ਕੋਈ ਤੋਟ ਹੀ ਨਹੀਂ ਆਉਂਦੀ। ਬਾਬਾ ਹਰਨਾਮ ਸਿੰਘ ਮਹਾਰਾਜ ਪੁੱਛੋਂ ਵਾਲੇ, ਬਾਬਾ ਬਹਾਲ ਦਾ ਸਵਦਾਸੀ ਸਾਧੂ ਸੀ। ਕਹਿੰਦੇ ਅਸੀਂ ਨਿਰਮਲੇ ਸੰਤ ਹਾਂ, ਤੂੰ ਬਾਬਾ ਸ੍ਰੀ ਚੰਦ ਆ, ਅਸੀਂ ਤੇਰਾ ਸ਼ਬਦ ਨਹੀਂ ਬਦਲਾਂਗੇ, ਕਿਰਪਾ ਕਰਾਂਗੇ। 110 ਜਪਜੀ ਸਾਹਿਬ ਲਾਏ ਰੋਜ਼ ਕਰਨੇ, 12 ਸਾਲ। ਕਹਿੰਦੇ ਦੇਖੋ ਹੁਣ ਇੰਨੀ ਕਿਰਪਾ ਹੋ ਗਈ, ਬਹਾਲ ਦਾਸ ਜਿੱਥੇ ਮਰਜ਼ੀ ਲੰਗਰ ਲਾ ਕੇ ਬਹਿ ਜਾਂਦਾ। ਕਹਿੰਦੇ ਤੋਟ ਹੀ ਨਹੀਂ ਆਉਂਦੀ। ਪੜਾਰੇ ਅਖੁੱਟ ਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਉਹਨਾਂ ਨੂੰ ਉਹ ਟੁੱਟ ਖਜ਼ਾਨਾ ਵੀ ਉਹ ਦੇ ਦਿੰਦਾ, ਜਿੰਨਾ ਮਰਜ਼ੀ ਵਰਤਾਈ ਜਾਣ, ਮੁੱਕਦਾ ਨਹੀਂ। ਹੁਣ ਖੂਹ 'ਚੋਂ ਪਾਣੀ ਕੱਢੋਗੇ ਤਾਂ ਘੱਟ ਜਾਊ ਨਾ, ਟੂਬਲ ਵੀ ਦਰਿਆ 'ਚ ਉਦਨੇ ਪਿੱਛੋਂ ਹੋਰ ਆਈ ਜਾਂਦਾ, ਜਿੰਨਾ ਕੱਢੋ ਪਿੱਛੋਂ ਪ੍ਰਵਾਹ ਹੋਰ ਆਈ ਜਾਂਦਾ। ਉਹ ਐਸਾ ਪ੍ਰਵਾਹ ਉਹਦੇ ਨਾਲ ਜੋੜ ਦਿੰਦੇ। ਇਹ ਸਤਸੰਗੀਓ, ਧੰਨ ਧੰਨ ਸਾਹਿਬ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮਹਾਰਾਜ ਚਰਨਾਂ ਸੱਜ ਕੇ ਸਰਵਣ ਕੀਤਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰੇ, ਸਭ ਦੀ ਹਾਜ਼ਰੀ ਪ੍ਰਵਾਨ ਕਰੇ। ਮਹਾਰਾਜ ਮਿਹਰ ਕਰਕੇ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਆਈਆਂ ਸੰਗਤਾਂ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਪ੍ਰਬੰਧਕਾਂ ਸੰਗਤਾਂ ਸੇਵਾਦਾਰਾਂ ਦਾ ਵੀ ਧੰਨਵਾਦ, ਕਿਉਂਕਿ ਹੁਣ ਮਹਾਰਾਜ ਦਾ ਸਾਲਾਨਾ ਜੋੜ ਮੇਲਾ ਅਵਤਾਰ ਪੁਰਬ 17, 18, 19 ਨਵੰਬਰ ਆ ਰਿਹਾ। ਆਪਾਂ ਰਲ ਮਿਲ ਕੇ ਜਿਵੇਂ ਅੱਗੇ ਮਨਾਉਣਾ, ਪ੍ਰਬੰਧਕਾਂ ਨਾਲ ਸੰਪਰਕ ਕਰਕੇ ਜਿਹੜੀ ਸੇਵਾ ਕਰ ਸਕਦੇ ਹਾਂ ਉਹ ਸੇਵਾ ਲੈ ਕੇ ਸਹਿਯੋਗੀ ਬਣਾਉਣਾ ਅਤੇ ਮਹਾਰਾਜ ਮਿਹਰ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।